ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਰਬੰ ਗੰਤਾ ਸਰਬੰ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਨਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾਂ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਨ ਸ਼ਾਸਤਰ ਨਾ ਆਵਹੀ ਬਹੁ ਚਿਤ ਮਦ ਭਾਰ ਛੰਦ ਤਵ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੂ ਸ਼ਾਹਾਨ ਸ਼ਾਹੋ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਰੰਕਾਨ ਰੰਕ ਕਾਲਾਨ ਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਵੱਡ ਭਾਗੇ ਹੋ ਜੋ ਕਿ ਗੁਰੂ ਦਰਬਾਰ ਵਿੱਚ ਅੰਮ੍ਰਿਤ ਵੇਲੇ ਪਹੁੰਚ ਕੇ ਆਪਣੇ ਮਿਲੇ ਮਨੁੱਖੀ ਤਨ ਨੂੰ ਸਫਲ ਕਰ ਰਹੇ ਹੋ। ਕਲਗੀਆਂ ਵਾਲੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਾਣੀ ਜਾਪ ਸਾਹਿਬ, ਜਿਸ ਦੀ ਲੜੀਵਾਰ ਵਿਆਖਿਆ ਆਪ ਜੀ ਗੁਰੂ ਕਿਰਪਾ ਦੁਆਰਾ ਸਰਵਣ ਕਰਦੇ ਆ ਰਹੇ ਹੋ। ਅੱਜ ਦੇ ਸੰਤ ਆਪ ਜੀ ਨੇ ਸਰਵਣ ਕੀਤੇ ਨੇ। ਇਸ 86 ਨੰਬਰ ਸੰਤ ਵਿੱਚ ਸਤਿਗੁਰੂ ਨੇ ਰੱਬ ਦੇ ਉਸ ਸਰੂਪ ਦਾ ਬਿਆਨ ਕੀਤਾ ਹੈ ਜਿਸ ਨੂੰ ਬੜਿਆਂ ਨੇ ਜਾਣਨਾ ਚਾਹਿਆ, ਪਰ ਉਹ ਹੱਥ ਵਿੱਚ ਉਹਦੀ ਜਾਣਕਾਰੀ ਨਹੀਂ ਆਈ। ਦੋ ਤਰ੍ਹਾਂ ਦੇ ਸਰੂਪ ਗੁਰਬਾਣੀ ਵਿੱਚ ਅਕਾਲ ਪੁਰਖ ਦੇ ਬਿਆਨੇ ਗਏ ਨੇ। ਭਾਵੇਂ ਉਹ ਅਕਥ ਹੈ, ਕਹਿਣ ਵਿੱਚ ਨਹੀਂ ਆਉਂਦਾ ਔਰ ਬਿਆਨ ਵਿੱਚ ਵੀ ਨਹੀਂ ਆਉਂਦਾ, ਉਹਨੂੰ ਕੋਈ ਸਮਝ ਵੀ ਨਹੀਂ ਸਕਦਾ, ਇੰਨਾ ਵੱਡਾ ਹੈ। ਫਿਰ ਵੀ ਕੁਝ ਨਾ ਕੁਝ ਇਸ ਤਰ੍ਹਾਂ ਦਾ ਸਤਿਗੁਰਾਂ ਦੇ ਸਮਝ ਵਿੱਚ ਆਇਆ ਹੈ, ਭਗਤਾਂ ਦੀ ਸਮਝ ਵਿੱਚ ਆਇਆ ਹੈ ਕਿ ਉਸ ਅਰੂਪ ਨੂੰ
ਗੁਰੂ ਨੇ ਰੂਪਮਾਨ ਕੀਤਾ ਹੈ, ਵਿਖਾਉਣ ਦਾ ਯਤਨ ਕੀਤਾ ਹੈ। ਉਹਦੇ ਦੋ ਰੂਪ ਬਾਣੀ ਵਿੱਚ ਆਉਂਦੇ ਨੇ। ਵੈਸੇ ਤਿੰਨ ਕਹੇ ਨੇ ਗੁਰੂ ਅਰਜਨ ਦੇਵ ਜੀ ਨੇ। ਉਹਨਾਂ ਅੰਦਰ ਦੋ ਸਰੂਪ ਨੇ, ਨਿਰਗੁਣ ਔਰ ਸਰਗੁਣ। ਤੀਸਰਾ ਹੈ ਸੁੰਨ ਸਮਾਧੀ। ਤੁਸੀਂ ਸੁਖਮਣੀ ਸਾਹਿਬ ਵਿੱਚ ਪੜ੍ਹੋਗੇ, ਨਿਰਗੁਣ ਸਰਗੁਣ ਨਿਰੰਕਾਰ ਸੁੰਨ ਸਮਾਧੀ ਆਪ। ਇਹ ਤਿੰਨ ਰੂਪ ਕਹੇ ਗਏ। ਧਿਆਨ ਦਿਓ, ਜਾਪ ਸਾਹਿਬ ਵਿੱਚ ਸਤਿਗੁਰਾਂ ਨੇ ਅਕਾਲ ਪੁਰਖ ਦੇ ਸਰਗੁਣ ਸਰੂਪ ਦੀ ਤਸਵੀਰ ਦਿੱਤੀ ਹੈ। ਸਰਗੁਣ ਦਾ ਮਤਲਬ ਜੋ ਦਿਸਦਾ ਹੈ, ਨਿਰਗੁਣ ਦਾ ਮਤਲਬ ਜੋ ਦਿਸਣ ਵਿੱਚ ਨਹੀਂ ਆਉਂਦਾ। ਜਿਵੇਂ ਆਪਾਂ ਕਹਿੰਦੇ ਹਾਂ ਵੀ ਇੱਥੇ ਸਾਰਿਆਂ ਥਾਵਾਂ 'ਤੇ ਪਰਮਾਤਮਾ ਦਾ ਨਿਵਾਸ ਹੈ, ਉਹ ਉਪਸਥਿਤ ਹੈ, ਸਭ ਥਾਵਾਂ 'ਤੇ ਰਹਿੰਦਾ, ਪਰ ਦਿਸਦਾ ਨਹੀਂ। ਇਹ ਜਿਹਨੇ ਵੇਖਿਆ ਉਹ ਵੀ ਕਹਿ ਸਕਦਾ, ਜਿਹਨੇ ਨਹੀਂ ਵੇਖਿਆ ਉਹ ਵੀ ਕਹਿ ਸਕਦਾ ਹੈ। ਕਿਉਂਕਿ ਜਿਹਨੇ ਨਹੀਂ ਵੇਖਿਆ, ਉਹ ਜਿਨ੍ਹਾਂ ਨੇ ਵੇਖਿਆ ਉਹਨਾਂ ਦੀ ਭਾਸ਼ਾ ਵਰਤ ਸਕਦਾ ਵੀ ਇੱਥੇ ਹੈ, ਵੇਖਿਆ ਉਹਨੇ ਨਹੀਂ। ਇਸ ਲਈ ਧਾਰਮਿਕ ਜਗਤ ਦੀ ਬਹੁ ਗਿਣਤੀ ਇਸ ਪੈਮਾਨੇ 'ਤੇ ਆ ਕੇ ਖਲੋ ਜਾਂਦੀ ਹੈ ਵੀ ਜਦੋਂ ਇੱਕ ਨੇ ਵੇਖਿਆ ਸੀ, ਅਸੀਂ ਵੀ ਕਿਹਾ ਇੱਥੇ ਹੈ, ਦਿਸਦਾ ਹੈ ਨਹੀਂ, ਦੀਦਾਰ ਕੀਤੇ ਨਹੀਂ, ਸੁਣ ਸੁਣਾ ਕੇ ਕਹਿ ਦਿੱਤਾ। ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਸੁਣ ਵੱਡਾ ਆਖੈ ਸਭ ਕੋਏ। ਬਹੁਤੇ ਲੋਕ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੁਣ ਸੁਣ ਕੇ ਕਹਿੰਦੇ ਵੀ ਹੈ। ਕਿਸੇ ਨੇ ਕਿਹਾ ਤੇ ਸੁਣ ਲਿਆ, ਹੈ ਵੈਸੇ ਚੰਗੀ ਗੱਲ। ਜੇ ਤੇ ਇਸ ਤਰ੍ਹਾਂ ਦੇ ਬੰਦੇ ਵਿੱਚ ਵਿਸ਼ਵਾਸ ਤੇ ਸਵੀਕਾਰ ਕਰਨ ਦੀ ਭਾਵਨਾ ਹੋਵੇ 100%, ਵੀ ਗੁਰੂ ਨੇ ਕਿਹਾ ਵੀ ਹੈ ਤੇ 100% ਮੰਨ ਲੈ, ਫਿਰ ਉਹਦੇ ਜੀਵਨ ਵਿੱਚ ਬਹੁਤਾ ਸਮਾਂ ਨਹੀਂ ਲੱਗਦਾ, ਉਹ ਜਲਦੀ ਉਹਨੂੰ ਮਿਲ ਸਕਦਾ। ਪਰ ਆਮ ਤੌਰ 'ਤੇ ਕੀ ਹੁੰਦਾ ਹੈ, ਇਹ ਕਹਿਣ ਕਹਾਵਣ ਕੀਰਤ ਕਰ ਲਾ। ਗੁਰੂ ਅਰਜਨ ਦੇਵ ਜੀ ਕਹਿੰਦੇ ਕਹਿਣ ਕਹਾਣ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ, ਲੋਕ ਕਹਿੰਦੇ ਰਹਿੰਦੇ ਹੈ ਰੱਬ। ਉਹ ਇੱਕ ਤਰ੍ਹਾਂ ਦੇ ਨੀਮ ਨਾਸਤਿਕ ਨੇ। ਵੱਡੇ ਨਾਸਤਿਕ ਤਾਂ ਉਹ ਜਿਨ੍ਹਾਂ ਨੇ ਇਨਕਾਰ ਹੀ ਕਰ ਦਿੱਤਾ ਵੀ ਹੈ ਹੀ ਨਹੀਂ, ਤੇ ਦੂਜੀ ਪ੍ਰਕਾਰ ਦੇ ਨਾਸਤਿਕ ਉਹ ਕਹਿੰਦੇ ਨੇ ਹੈ ਸਹੀ, ਪਰ ਉਹਨਾਂ ਨੇ ਕਦੀ ਉਹਦੀ ਫੀਲਿੰਗ ਪ੍ਰਤੀਤੀ ਨਹੀਂ ਕੀਤੀ। ਉਹ ਦੂਜੀ ਤਰ੍ਹਾਂ ਦੇ ਨਾਸਤਿਕ ਨੇ। ਗੁਰੂ ਅਰਜਨ ਦੇਵ ਜੀ ਕਹਿੰਦੇ ਇਸ ਤਰ੍ਹਾਂ ਲੋਕ ਸੁਣ ਕੇ ਕਹਿਣ ਕਹਾਵਣ ਕੀਰਤ ਕਰ ਲਾ, ਇਸ ਤਰ੍ਹਾਂ ਕਰਦੇ ਰਹਿੰਦੇ ਨੇ। ਸੁਣ ਵੱਡਾ ਆਖੈ ਸਭ ਕੋਏ। ਇਹਦੇ ਵਿੱਚ ਦੋ ਤਰ੍ਹਾਂ ਦੇ ਆਦਮੀ ਨੇ। ਇੱਕ ਤੇ ਜੋ ਕੁਝ ਗੁਰੂ ਨੇ ਕਿਹਾ, ਭਾਵੇਂ ਨਹੀਂ ਵੇਖਿਆ, 100% ਵਿਸ਼ਵਾਸ ਕਰ ਲੈਣਾ, ਉਹ ਤੇ ਪ੍ਰਵਾਨ ਹੈ। ਪਰ ਗੁਰੂ ਨੇ ਕਿਹਾ ਹੈ, ਉਹਦੀ ਵਿਆਖਿਆ ਸਿੱਖ ਲੈਣੀ, ਵਿਸ਼ਵਾਸ ਨਾ ਕਰਨਾ, ਇਹ ਕਹਿਣਾ ਵੀ ਹੋਏਗਾ ਹੀ ਕੁਝ ਨਾ ਕੁਝ। ਕਬੀਰ ਜੀ ਨੇ ਬਚਨ ਕਿਹਾ, ਕਹੋ ਕਬੀਰ ਅੱਖਰ ਦੋਇ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਜੇ ਹੋਏਗਾ ਤੇ ਹੋਏਗਾ, ਇਹ ਇੱਕ ਦਸ਼ਾ ਹੈ, ਕਬੀਰ ਜੀ ਦੀ ਦਸ਼ਾ ਨਹੀਂ ਹੈ। ਕਬੀਰ ਜੀ ਦਾ ਇਹ ਸ਼ਲੋਕ ਨਹੀਂ, ਉਹਨਾਂ ਸਾਡੀ ਜਿਹੜੀ ਦਸ਼ਾ ਹੈ ਉਹ ਇਸ ਸ਼ਲੋਕ ਵਿੱਚ ਲਿਖੀ। ਧਿਆਨ ਦੇਣਾ, ਕਬੀਰ ਜੀ ਦੀ ਜਿਹੜੀ ਅਵਸਥਾ ਹੈ ਉਹ 52 ਅੱਖਰੀ ਵਿੱਚ ਹੈ। ਉਹ ਕਹਿੰਦੇ ਨੇ ਹੈ ਤੋ ਸਹੀ ਲਖੈ ਜੋ ਕੋਈ। ਹੈ ਤੇ ਜ਼ਰੂਰ, ਉਹਨਾਂ ਨੇ ਤੇ ਠੋਕ ਕੇ ਕਹਿ ਦਿੱਤਾ ਹੈ, ਤਸੱਲੀ ਨਾਲ ਕਿਹਾ ਹੈ, ਪੂਰੀ ਤਰ੍ਹਾਂ ਨਗਾਰਾ ਵਜਾ ਕੇ ਕਿਹਾ ਹੈ ਵੀ ਹੈ। ਉਹ ਹੈ ਤੋ ਸਹੀ, ਹੈ ਜ਼ਰੂਰ ਹੈ। ਲਖੈ ਜੋ ਕੋਈ, ਪਰ ਜੇ ਕੋਈ ਅੱਖ ਖੋਲੇ ਤਾਂ ਦਿਸ ਪਵੇ। ਪਰ ਦੂਜੇ ਪਾਸੇ ਕਿਹਾ ਵੀ ਹੋਏਗਾ ਖਸਮ ਤਾਂ ਲਏਗਾ ਰਾਖ। ਇਹ ਕਿਹਨਾਂ ਵਾਸਤੇ ਵੇ? ਸਾਡੇ ਵਾਸਤੇ ਹੈ। ਅਸੀਂ ਕਹਿੰਦੇ ਹਾਂ ਵੀ ਹੋਏਗਾ ਤੇ ਰੱਖ ਲਏਗਾ, ਨਾ ਹੋਏਗਾ ਤੇ ਨਾ ਸਹੀ। ਤਾਂ ਜਿਨ੍ਹਾਂ ਨੇ ਡੂੰਘੀ ਪ੍ਰਤੀਤ ਕੀਤੀ, ਉਹਨਾਂ ਨੇ ਗੁਰੂ ਦੇ ਹੁਕਮ ਤੇ ਫੁੱਲ ਚਾੜ ਦਿੱਤੇ। ਦੋ ਸਰੂਪਾਂ ਦਾ ਬਿਆਨ ਕਰ ਰਿਹਾ ਸੀ ਸਤਿਗੁਰੂ ਨੇ ਅੱਜ ਦੇ ਬਚਨ ਵਿੱਚ। ਤਕਰੀਬਨ ਸਾਰਾ ਜਾਪ ਸਾਹਿਬ, ਕਿਉਂਕਿ ਅਕਾਲ ਪੁਰਖ ਦੇ ਦੋ ਸਰੂਪ ਨੇ, ਇੱਕ ਅਣਦਿਸਦਾ ਤੇ ਇੱਕ ਦਿਸਦਾ ਸੰਸਾਰ ਦਾ ਜਿਹੜਾ ਰੂਪ ਹੈ, ਜਿਹਦੇ ਵਿੱਚ ਕਿੰਨੀ ਤਰ੍ਹਾਂ ਦੇ ਲੋਕ ਆਪਾਂ ਆਉਂਦੇ ਹਾਂ, ਉਹਨਾਂ ਦੇ ਵਿੱਚੋਂ ਵੇਖਣਾ। ਨਹੀਂ ਤੇ
ਬ੍ਰਹਮ ਗਿਆਨੀ ਆਪਾਂ ਕਹਿੰਦੇ ਆ ਵੀ ਉਹਦੇ ਵਿੱਚ ਤੇ ਰੱਬ ਵਿੱਚ ਭੇਦ ਨਹੀਂ। ਚਲੋ ਇਹ ਤਾਂ ਗੱਲ ਪੱਕੀ ਵੀ ਉਹਦੇ ਵਿੱਚ ਪਰਮਾਤਮਾ ਦਾ ਨਿਵਾਸ ਹੈ ਜਿਹੜਾ ਭਗਤ ਹੈ। ਪਰ ਜਦੋਂ ਤੁਸੀਂ ਜਾਪ ਸਾਹਿਬ ਤੇ ਭਗਤ ਨਾਮਦੇਵ ਜੀ ਦੀ ਬਾਣੀ ਪੜ੍ਹੋਗੇ, ਉਹਦੇ ਵਿੱਚ ਇਕੱਲੇ ਸੰਤ ਤੱਕ ਤੇ ਬ੍ਰਹਮ ਗਿਆਨੀ ਤੱਕ ਗੱਲ ਨਹੀਂ। ਉਹ ਕਹਿੰਦੇ ਪਾਪੀ ਵਿੱਚ ਵੀ ਤੂੰ ਹੈ, ਪੁੰਨੀ ਵਿੱਚ ਵੀ ਤੂੰ ਹੈ। ਅੱਜ ਸ਼ਬਦ ਆਏ ਨੇ ਰੰਕਾਨ ਰੰਕ, ਰੰਕ ਕਹਿੰਦੇ ਨੇ ਗਰੀਬ ਨੂੰ। ਤੂੰ ਗਰੀਬਾਂ ਤੋਂ ਗਰੀਬ ਹੈ, ਜਦ ਕਿ ਉਹ ਗਰੀਬ ਤਾਂ ਹੈ ਨਹੀਂ। ਯਾਨੀ ਕਿ ਜਿਹੜੇ ਗਰੀਬ ਲੋਕ ਨੇ, ਜਿਨ੍ਹਾਂ ਕੋਲ ਕੱਖ ਵੀ ਨਹੀਂ, ਨਾ ਜਿਨ੍ਹਾਂ ਕੋਲ ਧਰਮ ਦੀ ਪੂੰਜੀ ਹੈ, ਨਾ ਜਿਨ੍ਹਾਂ ਕੋਲ ਸੰਸਾਰ ਦੀ ਪੂੰਜੀ ਹੈ, ਉਹ ਵੀ ਤੇਰੇ ਉਹਦੇ ਵਿੱਚੋਂ ਵੀ ਕਲਗੀਆਂ ਵਾਲੇ ਨੇ ਦੀਦਾਰ ਕਰ ਲਏ। ਕੋਈ ਵੀ ਇਸ ਤਰ੍ਹਾਂ ਦਾ ਆਦਮੀ ਉਹ ਕਲਗੀਆਂ ਵਾਲੇ ਨੂੰ ਨਹੀਂ ਦਿਸਦਾ ਕਿ ਜਿਹਦੇ ਵਿੱਚੋਂ ਉਹਦੀ ਆਭਾ, ਉਹਦਾ ਨੂਰ, ਉਹਦੀ ਤਸਵੀਰ ਉੱਭਰ ਕੇ ਸਾਹਮਣੇ ਨਹੀਂ ਆਉਂਦੀ। ਉਹ ਕਹਿੰਦੇ ਗਰੀਬਾਂ ਵਿੱਚ ਵੀ ਤੂੰ ਹੈ। ਇੱਕ ਪਾਸੇ ਤਲਵਾਰ ਲੈ ਕੇ ਦੁਸ਼ਮਣ ਨਾਲ ਲੜਦੇ ਨੇ, ਦੂਜੇ ਪਾਸੇ ਇੱਕ ਸਿੱਖ ਨੂੰ ਜਿਹੜਾ ਪਾਣੀ ਪਿਆਉਂਦਾ ਸੀ ਉਹਨੂੰ ਕਹਿੰਦੇ ਮਲਮ ਪੱਟੀ ਵੀ ਲੈ। ਜਿੱਥੇ ਪਾਣੀ ਪਿਆਏਗਾ ਉੱਥੇ ਮਲਮ ਤੇ ਪੱਟੀ ਵੀ ਉਹਨਾਂ ਨੂੰ ਕਰ। ਇੱਕੋ ਵਕਤ ਦੋ ਚੀਜ਼ਾਂ ਵੇਖਣੀਆਂ, ਇਹ ਬੜੀ ਔਖੀ ਗੱਲ ਹੈ। ਇਸ ਕਰਕੇ ਸਤਿਗੁਰਾਂ ਨੇ ਅੱਜ ਬਚਨ ਕੀਤਾ, ਉਹਦਾ ਜਿਹੜਾ ਸਵਰੂਪ ਹੈ ਨਾ ਦਿਸਣ ਵਾਲਾ ਤੇ ਇੱਕ ਦਿਸਣ ਵਾਲਾ, ਉਹਨੂੰ ਵੇਖ ਕੇ ਸਤਿਗੁਰੂ ਇੱਥੇ ਬਚਨ ਕਹਿੰਦੇ ਉਹਦਾ ਕਿਸੇ ਨੇ ਅੰਤ ਨਹੀਂ ਪਾਇਆ। ਬੜੇ ਲੋਕ ਆਏ, ਤਿੰਨ ਤਰ੍ਹਾਂ ਦੇ ਲੋਕ ਮੈਂ ਸਾਂਝੀ ਕਰਾਂ ਬੇਨਤੀ ਆਪ ਜੀ ਦੇ। ਸੰਸਾਰ ਵਿੱਚ ਤਿੰਨ ਤਰ੍ਹਾਂ ਦੇ ਲੋਕ ਨੇ। ਇੱਕ ਤਾਂ ਉਹ ਨੇ ਜਿਹੜੇ ਇਸ ਝੰਜਟ ਵਿੱਚ ਪੈਂਦੇ ਹੀ ਨਹੀਂ ਵੀ ਗੁਰਬਾਣੀ ਵਿੱਚ ਜੋ ਕੁਝ ਲਿਖਿਆ ਛੱਡੋ ਪਰਾਂ, ਕੀ ਕਰਨਾ, ਮੱਥਾ ਟੇਕੋ। ਬਾਪ ਟੇਕਦਾ ਸੀ, ਮੈਂ ਵੀ ਟੇਕ ਦਿੱਤਾ। ਕੀਰਤਨ ਸਿੱਖਣਾ ਹੈ, ਕਥਾ ਸਿੱਖਣੀ ਹੈ, ਪ੍ਰਸ਼ਾਦ ਕਰਾਉਣਾ ਹੈ, ਯਾਤਰਾ 'ਤੇ ਜਾਣਾ ਹੈ, ਰਵਾਇਤ ਬਣੀ ਹੋਈ ਉਹਨੂੰ ਪਾਲਣਾ। ਪਰ ਉਹਨਾਂ ਦਾ ਸੰਬੰਧ ਜੋ ਕੁਝ ਵਿੱਚ ਲਿਖਿਆ ਉਹਦੇ ਨਾਲ, ਉਹ ਕਹਿੰਦੇ ਸਾਡੇ ਵੱਸ ਦੀਆਂ ਗੱਲਾਂ ਨਹੀਂ। ਉਧਰ ਤੁਰਨ ਨੂੰ ਇਹ ਪਹਿਲੀ ਤਰ੍ਹਾਂ ਦੇ ਲੋਕ ਨੇ, ਬਹੁ ਗਿਣਤੀ ਵਿੱਚ ਹੈਣ ਉਹ ਧਾਰਮਿਕ। ਪਰ ਉਹ ਜਦੋਂ ਇੱਥੇ ਆਉਣਗੇ, ਜੋ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਉਹਨਾਂ ਦੀ ਦਿਮਾਗ ਦੇ ਵਿੱਚ ਉਸ ਪ੍ਰਤੀ ਕੋਈ ਚਾਉ ਨਹੀਂ ਹੋਏਗਾ, ਉਤਸੁਕਤਾ ਨਹੀਂ ਹੈ, ਸੁੱਤੇ ਹੋਏ ਨੇ ਇੱਕ ਪ੍ਰਕਾਰ ਨਾਲ। ਉਹ ਕਹਿੰਦੇ ਤੇ ਵਾਧੂ ਦੀਆਂ ਗੱਲਾਂ ਨੇ, ਕੋਈ ਕਥਾ ਕਰੇ, ਕੋਈ ਕੀਰਤਨ ਕਰੇ, ਗੁਰੂ ਗ੍ਰੰਥ ਸਾਹਿਬ ਹੈ, ਮੱਥਾ ਟੇਕੋ, ਅਰਦਾਸ ਕਰੋ, ਗੱਲ ਖਤਮ ਹੋ ਗਈ। ਪਹਿਲੀ ਤਰ੍ਹਾਂ ਦੇ ਲੋਕ ਨੇ। ਦੂਜੀ ਤਰ੍ਹਾਂ ਦੇ ਜਿਹੜੇ ਲੋਕ ਨੇ, ਉਹ ਚੱਲਣ ਦਾ ਯਤਨ ਕਰਦੇ ਨੇ ਪਰ ਚੱਲ ਨਹੀਂ ਸਕਦੇ। ਉਹਦੇ ਉੱਤੇ ਯਤਨ ਜ਼ਰੂਰ ਕਰਦੇ ਨੇ, ਤੁਰ ਪਏ, ਆਰੰਭਤਾ ਹੋ ਗਈ ਪਰ ਅੱਗੇ ਨਹੀਂ ਵੱਧ ਸਕਦੇ। ਤੇ ਤੀਜੀ ਤਰ੍ਹਾਂ ਦੇ ਲੋਕ ਉਹ ਨੇ ਜਿਨ੍ਹਾਂ ਨੇ ਕੁਝ ਨਾ ਕੁਝ ਜਾਣ ਲਿਆ ਹੈ। ਅੱਜ ਉਹਨਾਂ ਦਾ ਜ਼ਿਕਰ ਕਰ ਰਿਹਾ। ਜਿਹੜੇ ਤੇ ਖੋਜ ਕਰਦੇ, ਉਹਨਾਂ ਵਿੱਚ ਇੱਕ ਰੋਗ ਹੁੰਦਾ ਹੈ। ਉਹ ਸੋਚਦੇ ਨੇ ਵੀ ਇੰਨਾ ਜਪਾਂਗਾ ਤੇ ਰੱਬ ਨੂੰ ਪਾ ਲਵਾਂਗਾ। ਇਹ ਉਹਨਾਂ ਦਾ ਰੋਗ ਹੈ, ਖਿਆਲ ਰੱਖਣਾ। ਮੈਂ ਤਿੰਨ ਤਰ੍ਹਾਂ ਦੇ ਲੋਕ ਕਹੇ ਨੇ। ਪਹਿਲਿਆਂ ਦਾ ਰੋਗ ਇਹ ਹੈ, ਪਹਿਲਿਆਂ ਵਿੱਚ ਕਮੀ ਇਹ ਹੈ ਕਿ ਉਹ ਗੁਰੂ ਨੂੰ ਮੱਥਾ ਜ਼ਰੂਰ ਟੇਕਦੇ, ਫੁੱਲ ਜ਼ਰੂਰ ਚੜਾਉਂਦੇ, ਅਖੰਡ ਪਾਠ ਜ਼ਰੂਰ ਕਰਾਉਂਦੇ ਨੇ, ਸਭ ਕਰਦੇ ਨੇ। ਪਰ ਜਿੱਥੇ ਜਾ ਕੇ ਗੁਰੂ ਨੇ ਕਿਹਾ ਹੈ ਵੀ ਤੈਨੂੰ ਜ਼ਿੰਦਗੀ ਕਾਹਦੇ ਵਾਸਤੇ ਮਿਲੀ ਹੈ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਉੱਥੇ ਇੱਕ ਵੱਡੀ ਸਾਰੀ ਪੱਟੀ ਲੈ ਕੇ, ਇਹਨਾਂ ਰੂੰ ਲੈ ਕੇ ਦੋਵਾਂ ਕੰਨਾਂ ਵਿੱਚ ਪਾ ਲੈਂਦੇ ਵੀ ਇਹ ਗੱਲ ਸਾਡੀ ਨਹੀਂ ਹੈ, ਅਸੀਂ ਜਿਹੜਾ ਕਰਨਾ ਸੀ ਕਰ ਦਿੱਤਾ ਹੈ। ਉਹ ਉੱਥੇ ਰੁਕ ਗਏ। ਦੂਜੇ ਲੋਕ ਦੂਜੀ ਤਰ੍ਹਾਂ ਦੇ ਗੁਰੂ ਦੀ ਗੱਲ ਸੁਣ ਲੈਂਦੇ ਨੇ, ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣ ਕੇ, ਪਰ ਉਹਨਾਂ ਵਿੱਚ ਇੱਕ ਹੋਰ ਕਮੀ ਹੁੰਦੀ ਹੈ। ਦੂਸਰੀ ਤਰ੍ਹਾਂ ਦੇ ਲੋਕ ਕੁਝ ਜਪਦੇ ਵੀ ਹਨ, ਖੋਜਦੇ ਵੀ ਨੇ, ਤਰਸਦੇ ਵੀ ਨੇ ਕਿ ਮਿਲਾਂ, ਪਰ ਉਹਨਾਂ ਵਿੱਚ ਇੱਕ ਹੋਰ ਰੋਗ ਹੈ, ਇੱਕ ਹੋਰ ਕਮੀ ਹੈ। ਉਹ ਰੱਬ ਨੂੰ ਜਪਦੇ ਨੇ ਰੱਬ ਨੂੰ ਪਾਉਣ ਵਾਸਤੇ ਕਿ ਮੈਂ ਉਹਨੂੰ ਆਪਣੇ ਕਾਬੂ ਕਰ ਲਵਾਂ, ਜਿਵੇਂ ਕੋਈ ਚੀਜ਼ ਹੈ ਵਸ ਵਿੱਚ ਕਰ ਲਵਾਂ। ਉਹ ਸੇਵਾ ਕਰਦੇ ਨੇ ਕਿ ਗੁਰੂ ਮੇਰੇ ਵਸ ਵਿੱਚ ਆ ਜਾਏ, ਜਿਵੇਂ ਮੰਤਰਾਂ ਨਾਲ ਦੇਵਤੇ ਵਸ ਕਰਨ ਦੀ ਗੱਲ ਚੱਲਦੀ ਹੈ। ਇਹ ਵਸੀਕਾਰ ਦੀ ਜਿਹੜੀ ਪ੍ਰਵਿਰਤੀ ਹੈ, ਇਹ ਤਾਂ ਭੂਤ ਪ੍ਰੇਤਾਂ ਦੀ ਦੁਨੀਆ ਵਿੱਚ ਤਾਂ ਚੱਲਦੀ ਹੈ, ਪਰ ਇੱਧਰ ਵੀ ਚਲਾ ਦਿੱਤੀ ਆਦਮੀ ਨੇ ਵੀ
ਇੰਨਾ ਜਪੋ ਤੇ ਗੁਰੂ ਨੂੰ ਕਰੋ ਵਸ, ਇੰਨੀ ਕਰੋ ਸੇਵਾ ਤੇ ਰੱਬ ਨੂੰ ਕਰੋ ਕੈਦ। ਪਰ ਇਸ ਤਰ੍ਹਾਂ ਹੁੰਦਾ ਨਹੀਂ ਕਦੀ। ਇਹ ਦੂਜੇ ਤਰ੍ਹਾਂ ਦੇ ਲੋਕਾਂ ਦੀ ਕਮੀ ਹੈ ਕਿ ਉਹ ਜਿਹੜਾ ਧਰਮ ਦਾ ਕਰਮ ਕਰਦੇ ਨੇ ਉਹਦੇ ਬਦਲੇ ਦਾਅਵਾ ਕਰ ਬੈਂਦੇ ਨੇ ਕਿ ਅਸੀਂ ਕੀਤਾ ਤੇ ਹੁਣ ਮਿਲਣਾ ਚਾਹੀਦਾ, ਪਰ ਉੱਥੇ ਹੈ ਨਹੀਂ। ਸਤਿਗੁਰਾਂ ਨੇ ਬਾਣੀ ਵਿੱਚ ਬਚਨ ਕੀਤੇ ਨੇ, ਨਾ ਤੂੰ ਆਵੈ ਵਸ ਕਿਤੇ ਸਿਆਣਪੈ। ਇਹ ਸਾਡੇ ਵਰਗੇ ਖੋਜੀਆਂ ਨੂੰ, ਜਿਹੜੇ ਖੋਜ ਕੇ ਤੇ ਜਾਣਕਾਰੀ ਦੀ ਇੱਕ ਵੱਡੀ ਸਾਰੀ ਪੰਡ ਸਿਰ ਤੇ ਰੱਖ ਕੇ ਦਿਨ ਰਾਤ ਆਪਾਂ ਤੁਰਨੇ, ਇਹ ਉਹਨਾਂ ਵਾਸਤੇ ਹੈ। ਉਹ ਕਹਿੰਦੇ ਗਲਤ ਕਰ ਰਿਹਾ ਤੂੰ, ਉਹਨੂੰ ਸਿਰਫ ਪਿਆਰ ਕਰ, ਉਹਦੇ ਵਿੱਚ ਲੀਨ ਹੋਣ ਵਾਸਤੇ, ਉਹਦੀ ਜਾਣਕਾਰੀ ਵਾਸਤੇ ਨਹੀਂ, ਕਿਉਂਕਿ ਜਾਣਕਾਰੀ ਉਹਦੀ ਤੂੰ ਲੈ ਨਹੀਂ ਸਕਦਾ, ਤੁੱਛ ਹੈ, ਛੋਟਾ ਹੈ। ਅਜੇ ਤੂੰ ਉਹਨੂੰ ਥੋੜ੍ਹਾ ਜਿਹਾ ਦੇਖੇ ਨੇ, ਜਿੱਦਣ ਦੇਖ ਲਿਆ ਤੇ ਸਾਰੀ ਮੂਰਖਤਾ ਇੱਕਦਮ ਝੜ ਜਾਏਗੀ ਜਾਣਕਾਰੀ ਹਾਸਲ ਕਰਨ ਦੀ। ਇਸ ਲਈ ਸਤਿਗੁਰਾਂ ਨੇ ਦੂਸਰੀ ਪ੍ਰਕਾਰ ਦੇ ਲੋਕਾਂ ਦਾ ਜਿਹੜਾ ਰੋਗ ਹੈ, ਜਿਹੜੀ ਕਮੀ ਹੈ, ਉਹਨੂੰ ਦਰਸਾਉਂਦਿਆਂ ਸਮਝਾਇਆ। ਕਹਿੰਦੇ ਨਾ ਤੂੰ ਆਵੈ ਵਸ ਕਿਤੇ ਸਿਆਣਪੈ। ਕਿਸੇ ਸਿਆਣਪ ਨਾਲ, ਕਿਸੇ ਤਰ੍ਹਾਂ ਦੀ ਚਲਾਕੀ ਦੇ ਨਾਲ, ਕਿਸੇ ਪ੍ਰਕਾਰ ਦੇ ਗਿਆਨ ਧਿਆਨ ਦੇ ਨਾਲ ਤੂੰ ਵਸ ਵਿੱਚ ਆ ਜਾਏ, ਮੁਮਕਿਨ ਹੈ ਹੀ ਨਹੀਂ। ਨਾ ਤੂੰ ਆਵੈ ਵਸ ਬਹੁਤਾ ਦਾਨ ਦੇ। ਦਾਨ ਜੇ ਕੋਈ ਬਹੁਤਾ ਕਰੇ ਤੇ ਸੰਭਾਵਨਾ ਨਹੀਂ ਵੀ ਵਸ ਵਿੱਚ ਆ ਜਾਏ, ਕਦੀ ਨਹੀਂ ਆਉਂਦਾ। ਕੌਡੀ ਦੀ ਗੱਲ ਤੇ ਚੱਲਦੀ ਏ ਕਿ ਭਾਵਨੀ ਭਗਤ ਭਾਏ, ਕੌਡੀ ਅਗਰ ਭਾਗ ਰੱਖੈ। ਪਰ ਗੁਰਮਤਿ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਵੀ ਕੋਈ ਕਰੋੜ ਰੱਖੇ ਤੇ ਮੈਂ ਖੁਸ਼ ਹੋ ਜਾਵਾਂਗਾ। ਕੌਡੀ ਦੀ ਗੱਲ ਚੱਲਦੀ ਹੈ। ਉਸ ਦਾਨ ਨੂੰ ਵੀ ਇਹਦੇ ਵਿੱਚ ਵਰਤ ਕੇ ਆਦਮੀ ਸਫਲ ਨਹੀਂ ਹੋ ਸਕਦਾ। ਇਹ ਸਾਰੀਆਂ ਚੀਜ਼ਾਂ ਤਾਂ ਸਿਰਫ ਬੰਦੇ ਦੇ ਆਲੇ ਦੁਆਲੇ ਵਲੇਟੇ ਹੋਏ ਕੱਪੜੇ ਜਿਹੜੇ ਨੇ ਉਹਨਾਂ ਨੂੰ ਲਾਉਣ ਵਰਗੇ ਕਰਿਆ। ਜਿਵੇਂ ਕੋਈ ਬੰਦਾ ਪਸੀਨੇ ਨਾਲ ਭਿੱਜਿਆ ਹੋਇਆ, ਗਰਮੀ ਵਿੱਚ ਤੜਫ ਰਿਹਾ ਤੇ ਆਪਣੇ ਆਲੇ ਦੁਆਲੇ ਸਰੀਰ ਦੇ 5-7 ਜਾਮੇ ਪਹਿਨੇ ਹੋਏ ਨੇ, ਕੋਟ ਪਹਿਨੇ ਹੋਏ ਨੇ, ਗਰਮ ਕੱਪੜੇ। ਅਰਦਾਸ ਇਹ ਕਰ ਰਿਹਾ ਵੀ ਮੇਰੀ ਗਰਮੀ ਹਟਾ ਦਿਓ, ਕੋਈ ਹੈ। ਅਰਦਾਸ ਇਹ ਕਰ ਰਿਹਾ ਤੇ ਉਹਦਾ ਇੱਕ ਆਪਣਾ ਕਰਨ ਵਾਲਾ ਕੰਮ ਹੈ। ਉਹ ਕੰਮ ਹੈ ਵੀ ਆਪਣੇ ਦੁਆਲਿਓਂ ਕੱਪੜੇ ਲਾ ਦੇ ਜਿਹੜੇ ਤੂੰ ਕਈ ਕੁਝ ਪਹਿਨਿਆ ਹੋਇਆ, ਤਾਂ ਤੇਰੀ ਗਰਮੀ ਹਟੇਗੀ। ਸੰਸਾਰ ਨੂੰ ਜਦੋਂ ਛਡਾਉਣ ਦੀ ਗੱਲ ਚੱਲਦੀ ਹੈ ਨਾ, ਆਪਾਂ ਸਾਖੀ ਪੜ੍ਹਦੇ ਹਾਂ ਇਤਿਹਾਸ ਦੇ ਵਿੱਚ ਕਿ ਤਰੀਕਾ ਹੈ ਗੁਰੂ ਦਾ ਕਿ ਬੰਦੇ ਨੂੰ ਸੰਸਾਰ ਦੀ ਪਕੜ ਵਿੱਚੋਂ ਕੱਢਿਆ ਕਿਵੇਂ ਜਾਏ, ਜਿਹੜਾ ਬੜਾ ਵੱਡਾ ਦੁੱਖ ਹੈ। ਤਾਂ ਤੁਸੀਂ ਇਤਿਹਾਸ ਦੇ ਕਈ ਸਾਖੀਆਂ ਵੱਲ ਧਿਆਨ ਲਾ ਕੇ ਵੇਖੋ ਕਿ ਇੱਕ ਪਾਸੇ ਤਾਂ ਗੁਰੂ ਦਾਤਾ ਹੈ, ਦੇਣ ਵਾਲਾ ਹੈ ਮਾਇਆ, ਇੱਕ ਪਾਸੇ ਗੁਰੂ ਮਾਇਆ ਸਿੱਖ ਤੋਂ ਮੰਗਦਾ ਪਿਆ ਵੀ ਇੰਨੀ ਮੈਨੂੰ ਦੇ। ਹੁਕਮਨਾਮੇ ਸਪੈਸ਼ਲ ਲਿਖੇ ਹੋਏ ਨੇ, ਤੁਸੀਂ ਪੜ੍ਹੋਗੇ। ਫਲਾਣੇ ਪਿੰਡ ਦੀ ਸੰਗਤ ਨੂੰ ਲਿਖ ਕੇ ਭੇਜਿਆ, ਉਸ ਸਿੱਖ ਨੂੰ ਕਹਿ ਤੂੰ 500 ਰੁਪਈਆ ਦੇਈਂ, ਕਿਸੇ ਨੂੰ ਕਹਿ ਤੂੰ ਇੱਕ ਘੋੜਾ ਦੇਈਂ, ਕਿਸੇ ਨੂੰ ਕਹਿ ਤੂੰ ਇਹ ਦੇਣਾ ਹੈ। ਇੱਕ ਬੜਾ ਵੱਡਾ ਸਵਾਲ ਹੈ ਵੀ ਗੁਰੂ ਤੇ ਦਿੰਦਾ ਹੈ ਕਿ ਗੁਰੂ ਲੈਂਦਾ ਹੈ, ਇਹ ਕੀ ਕਾਰਨ ਹੈ? ਪਰ ਗੁਰੂ ਇੱਕ ਇੰਨਾ ਵੱਡਾ ਵਿਗਿਆਨਕ ਹੈ, ਉਹਨੇ ਸਿੱਖ ਦੇ ਕੋਲੋਂ ਉਹਦਾ ਜਿਹੜਾ ਥੈਲਾ ਹੈ ਜ਼ਿੰਦਗੀ ਦਾ, ਜਿਹਦੇ ਵਿੱਚ ਉਹ ਸੁੱਖ ਪਵਾਉਣਾ ਚਾਹੁੰਦਾ ਹੈ, ਨਾਮ ਪਵਾਉਣਾ ਚਾਹੁੰਦਾ ਹੈ, ਗੁਰੂ ਪਹਿਲਾਂ ਉਹਦੇ ਥੈਲੇ ਨੂੰ ਖਾਲੀ ਕਰਦਾ ਜਿਹੜਾ ਭਰਿਆ ਹੋਇਆ ਹੈ ਹੰਕਾਰ ਦੇ ਨਾਲ, ਕਈ ਚੀਜ਼ਾਂ ਨਾਲ ਭਰਿਆ ਹੈ, ਉਹਨੂੰ ਖਾਲੀ ਕਰਾਉਣ ਵਾਸਤੇ। ਤਰੀਕਾ ਹੈ ਗੁਰੂ ਦਾ, ਕਈ ਕੁਝ ਹੈ, ਝਿੜਕ ਵੀ ਸਕਦਾ ਹੈ। ਮੈਂ ਕਲਗੀਆਂ ਵਾਲੇ ਦੇ ਜੀਵਨ ਵਿੱਚ ਇੱਕ ਬੜੀ ਸੁੰਦਰ ਘਟਨਾ ਪੜ੍ਹੀ ਹੈ। ਤਰੀਕੇ ਦਾ ਕੋਈ ਪਤਾ ਨਹੀਂ। ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਇਹ ਥੋੜ੍ਹੀ ਜਿਹੀ ਗੱਲ ਅੱਗੇ ਪਿੱਛੇ ਨਹੀਂ ਹੋ ਗਈ। ਗੁਰੂ ਦਾ ਮਤਲਬ ਇਹ ਹੈ ਕਿ ਜਿਹਦੇ ਕੰਮ ਦਾ ਪਤਾ ਨਹੀਂ, ਟੈਸਟ ਤਾਂ ਹੁੰਦਾ ਹੀ ਉਹ। ਇਹ ਥੋੜ੍ਹੀ ਵੀ ਪਿਛਲੇ ਸਾਲ ਜਿਹੜਾ 10ਵੀਂ ਦਾ ਪੇਪਰ ਆਇਆ ਸੀ, ਕੁਐਸਚਨ ਪੇਪਰ, ਉਹ ਇਸ ਵਾਰੀ ਆ ਜਾਏਗਾ, ਉਹ ਬਦਲ ਕੇ ਆਏਗਾ। ਜੇ ਉਹ ਹੀ ਆ ਗਿਆ ਤੇ ਉਹਦੇ ਵਿੱਚ ਟੈਸਟ ਕਾਹਦਾ ਰਿਹਾ? ਗੁਰੂ ਨਿਤ ਨਵਾਂ ਹੈ ਤੇ ਨਿਤ ਨਵੇਂ ਤਰੀਕੇ ਦੀ ਵਰਤੋਂ ਕਰਕੇ ਸਿੱਖ ਦਾ ਉਧਾਰ ਕਰਦਾ ਹੈ। ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ ਇੱਕ ਬੜੀ ਸੁੰਦਰ ਘਟਨਾ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਹਜ਼ੂਰ ਇੱਕ ਦਿਨ ਆਪਣੇ ਘਰੋਂ ਨਿਕਲੇ ਤੇ ਆਮ ਤੌਰ ਤੇ ਸਤਿਗੁਰੂ ਕਦੀ ਜ਼ਿਆਦਾਤਰ ਸਫੈਦ ਵਸਤਰ ਨਹੀਂ ਸਨ ਪਹਿਨਦੇ, ਜਾਂ ਤੇ ਨੀਲੇ ਪਹਿਨਦੇ ਸਨ।
ਜਾਂ ਫਿਰ ਬਿਲਕੁਲ ਪੀਲੇ ਵਸਤਰ ਉਹ ਪਹਿਨਦੇ ਸਨ। ਜ਼ਿਆਦਾਤਰ ਇਹਨਾਂ ਦੀ ਵਰਤੋਂ ਕਰਦੇ। ਪਰ ਅੱਜ ਸਤਿਗੁਰਾਂ ਨੇ ਮਾਤਾ ਜੀ ਤੋਂ ਸਫੈਦ ਰੰਗ ਦੇ ਵਸਤਰ ਮੰਗੇ ਪਹਿਨਣ ਵਾਸਤੇ। ਸਫੈਦ ਰੰਗ ਦੇ ਵਸਤਰ ਉਹ ਵੀ ਆ ਗਏ, ਪਹਿਨ ਲਏ। ਸਫੈਦ ਜਾਮਾ ਪਹਿਨ ਕੇ ਤਿਆਰ ਬਰ ਤਿਆਰ ਹੋ ਕੇ ਕਲਗੀ ਸਜਾ ਲਈ, ਸਭ ਕੁਝ ਨਾਲ। ਸਾਰੇ ਗੁਰੂ ਕੇ ਸਿੰਘ 15-20 ਜਿਹੜੇ ਦਰਵਾਜ਼ੇ ਦੇ ਅੱਗੇ ਉਡੀਕ ਕਰ ਰਹੇ ਸਨ। ਜਦੋਂ ਬਾਹਰ ਨਿਕਲੇ ਉਹਨਾਂ ਨੇ ਨਮਸਕਾਰ ਕੀਤੀ, ਫਤਿਹ ਬੁਲਾਈ ਤੇ ਹਜ਼ੂਰ ਬਾਹਰ ਨੂੰ ਤੁਰ ਪਏ ਸੈਰ ਕਰਨ ਵਾਸਤੇ, ਤੁਰਨ ਵਾਸਤੇ ਕਿਲੇ ਵੱਲ ਜਾ ਰਹੇ ਸਨ। ਰਾਹ ਵਿੱਚ ਕੀ ਵੇਖਦੇ ਨੇ, ਇੱਕ ਸਿੱਖ ਆਪਣੇ ਇੱਕ ਛੋਟੇ ਜਿਹੇ ਘਰ ਦੀ ਕੰਧ ਨੂੰ ਗਾਰਾ ਲੈ ਕੇ ਲਿੰਬ ਰਿਹਾ ਹੈ। ਗਾਰਾ ਲੈ ਕੇ ਕੰਧ ਤੇ ਮਾਰਦਾ ਹੈ। ਪੁਰਾਣੇ ਸਮੇਂ ਵਿੱਚ ਗਾਰੇ ਨਾਲ, ਮਿੱਟੀ ਨਾਲ ਇਹ ਕੰਧਾਂ ਲਿੰਬੀਆਂ ਜਾਂਦੀਆਂ ਸਨ। ਪਲਸਤਰ ਕਰ ਰਿਹਾ ਹੈ। ਜਦੋਂ ਸਤਿਗੁਰੂ ਕੋਲੋਂ ਲੰਘੇ ਤੇ ਕੁਦਰਤੀ ਤੌਰ ਤੇ ਉਹਨੇ ਖਿੱਚ ਕੇ ਮਿੱਟੀ ਜਦੋਂ ਕੰਧ ਨਾਲ ਮਾਰੀ, ਗਿੱਲੀ ਮਿੱਟੀ ਸੀ, ਗਾਰਾ ਸੀ, ਉਹਦੀਆਂ ਛਿੱਟਾਂ ਕਲਗੀਆਂ ਵਾਲੇ ਦੇ ਜਾਮੇ ਤੇ ਪੈ ਗਈਆਂ, ਛਿੱਟਾਂ ਪੈ ਗਈਆਂ। ਸਤਿਗੁਰੂ ਰੁਕ ਗਏ, ਸਿੱਖ ਵੀ ਰੁਕ ਗਏ। ਉਹਨੂੰ ਵੀ ਪਤਾ ਲੱਗ ਗਿਆ ਵੀ ਬਹੁਤ ਵੱਡੀ ਗਲਤੀ ਹੋਈ ਹੈ। ਵਿਚਾਰਾ ਚੁੱਪ ਕਰ ਗਿਆ, ਖਲੋ ਗਿਆ, ਹੱਥ ਜੋੜ ਲਏ। ਸਤਿਗੁਰਾਂ ਨੇ ਇੱਕਦਮ ਕ੍ਰੋਧ ਵਿੱਚ ਥੋੜ੍ਹਾ ਜਿਹਾ ਆ ਕੇ ਇੱਕ ਬਚਨ ਕਿਹਾ ਨਾਲ ਦੇ ਸਿੱਖਾਂ ਨੂੰ, ਕਹਿੰਦੇ ਇਹਨੂੰ ਇੱਕ ਚੰਗੀ ਤਰ੍ਹਾਂ ਥੱਪੜ ਲਾ ਦਿਓ ਤਾਂ ਕਿ ਇਹਨੂੰ ਸਮਝ ਆ ਜਾਏ। ਇੱਕ ਥੱਪੜ ਲਾ ਦਿਓ। 15 ਜਣੇ ਸਨ। ਹੁਣ ਕਿਹਾ ਤੇ ਸੀ ਇੱਕ ਥੱਪੜ ਲਾ ਦਿਓ, ਤੇ ਸਾਰਿਆਂ ਨੇ ਇੱਕ ਇੱਕ ਲਾ ਦਿੱਤਾ। 15 ਹੋ ਗਏ, ਉਹ ਤੇ ਜ਼ਮੀਨ ਤੇ ਡਿੱਗ ਪਿਆ। ਤੇ ਤੁਹਾਨੂੰ ਪਤਾ ਹੈ ਵੀ ਸਾਡੀ ਜਿਹੜੀ ਬਰਾਦਰੀ ਹੈ, ਥੱਪੜ ਲਾਉਣ ਵਾਲੇ ਕੰਮ ਵਿੱਚ ਸਭ ਤੋਂ ਪਹਿਲੇ ਨੰਬਰ ਤੇ। ਹੋਰ ਭਾਵੇਂ ਕੰਮ ਕੋਈ ਕਰਨਾ ਨਾ ਹੋਵੇ, ਅਸੀਂ ਸਿੱਖੀ ਦੀ ਵਿਆਖਿਆ ਹੀ ਇਹ ਬਣਾ ਦਿੱਤੀ ਹੈ। ਸਿੱਖ ਦੇ ਜਿਹੜਾ ਨਕਸ਼ਾ ਦਿੱਤਾ ਸੰਸਾਰ ਵਿੱਚ, ਉਹ ਮਾਰਸ਼ਲ ਦਿੱਤਾ ਗਿਆ ਹੈ। ਅਸੀਂ ਜੋ ਦੇ ਦਿੱਤਾ ਵੀ ਇਹ ਲੜਾਕੂ ਹੈ। ਸ਼ਾਇਦ ਹਿੰਦੁਸਤਾਨ ਦੇ ਕਿਸੇ ਬੜੇ ਵੱਡੇ ਨੇਤਾ ਨੇ ਗੱਲ ਕਹਿ ਵੀ ਦਿੱਤੀ ਸੀ, ਜਰਾਇਮ ਪੇਸ਼ਾ ਕੌਮ ਹੈ। ਜਰਾਇਮ ਪੇਸ਼ਾ ਦਾ ਮਤਲਬ ਕੀ ਹੈ? ਵੀ ਇਹਨਾਂ ਤੋਂ ਜਦੋਂ ਮਰਜ਼ੀ ਹੱਥ ਵਿੱਚ ਡਾਂਗ ਫੜਾ ਕੇ ਕਿਸੇ ਦੀ ਭੁਗਤ ਸਵਾਰਨੀ ਹੋਵੇ, ਇਹਨਾਂ ਨੂੰ 2-4 ਗੱਲਾਂ ਕਹਿ ਦਿਓ, ਤਲਵਾਰ ਚੁੱਕਣਗੇ, 2 ਡੱਕਰੇ ਕਰ ਦੇਣਗੇ। ਸੋਚਣਗੇ ਨਹੀਂ ਵੀ ਇਹ ਕੀ ਕਰ ਰਹੇ ਆ। ਬਸ ਕੋਈ ਲਹਿਰ ਉੱਠੇਗੀ, ਤਰੀਕਾ ਵਰਤਿਆ ਜਾਏਗਾ, ਰਸਤੇ ਬੰਦ ਹੋ ਜਾਣਗੇ, ਅੰਦੋਲਨ ਹੋ ਜਾਏਗਾ, 2-4 ਸਿੱਖ ਸ਼ਹੀਦ ਹੋ ਜਾਣਗੇ, ਉਹਨਾਂ ਨੂੰ ਸ਼ਹੀਦ ਕਹਿ ਦੇਣਗੇ। ਅਗਲੇ ਸਾਲ ਜਿਨ੍ਹਾਂ ਨੇ ਕਰਵਾਇਆ ਸੀ ਉਹ ਸਮਝੌਤਾ ਕਰ ਲੈਣਗੇ। ਕਹਿੰਦੇ ਛੱਡੋ, ਗੱਲ ਭੁਲਾਉਣੀ ਚਾਹੀਦੀ ਹੈ। ਤਾਂ ਇਹ ਇੱਕ ਖਿਆਲ ਰੱਖਣਾ, ਸਿੱਖ ਦਾ ਮਾਰਸ਼ਲ ਹੋਣਾ, ਸਿੱਖ ਦਾ ਮਾਰੂ ਹੋਣਾ ਤੇ ਜੰਗੀ ਹੋਣਾ, ਵਕਤ ਦੀ ਸਿਰਫ ਥੋੜ੍ਹੀ ਜਿਹੀ ਜ਼ਰੂਰਤ ਹੈ। ਦਿਨ ਰਾਤ ਸਿੰਘ ਜਿਹੜਾ ਹੈ, ਸਿੱਖ ਮਾਰਸ਼ਲ ਨਹੀਂ ਰਹਿੰਦਾ, ਜੰਗੀ ਨਹੀਂ ਰਹਿੰਦਾ। ਇਹ ਅਸੀਂ ਗਲਤੀ ਕਰ ਲਈ ਬਹੁਤ ਵੱਡੀ। ਔਰ ਇਸ ਨਕਸ਼ੇ ਨੂੰ ਦੁਨੀਆ ਦੇ ਵਿੱਚ ਚੇਂਜ ਕਰਨਾ ਪਏਗਾ, ਨਹੀਂ ਤਾਂ ਹੁਣ ਦੁਨੀਆ ਜੁੜ ਚੁੱਕੀ ਹੈ ਸਾਰੀ। ਸੰਸਾਰਕ ਭਾਈਚਾਰਾ ਉਹ ਵਹਿੰਦੇ ਨੇ ਕਿਹੜੀ ਕੌਮ ਪੜ੍ਹੀ ਕਿੰਨੀ ਹੋਈ ਹੈ, ਐਜੂਕੇਸ਼ਨ ਵਿੱਚ ਕਿੰਨੀ ਅੱਗੇ ਹੈ, ਸਕੂਲਾਂ ਵਿੱਚ, ਵਿਦਿਆ ਵਿੱਚ, ਸਮਝਣ ਵਿੱਚ, ਪੜ੍ਹਨ ਵਿੱਚ ਇਹਨਾਂ ਦੀ ਕਿੰਨੀ ਕੁ ਉਤਸੁਕਤਾ ਹੈ ਕਿ ਬਹੁਤਾ ਪਿਆਰ ਤਲਵਾਰ ਨੂੰ ਕਰਦੇ ਨੇ। ਇਹ ਠੀਕ ਹੈ, ਤਲਵਾਰ ਸ਼ਸਤਰ ਸਿੱਖ ਦਾ ਸ਼ਿੰਗਾਰ ਨੇ, ਕੋਈ ਸ਼ੱਕ ਨਹੀਂ, ਸਿਪਾਹੀ ਹੈ। ਪਰ ਮੈਂ ਜਦੋਂ ਇਹ 2 ਲਫ਼ਜ਼ ਪੜ੍ਹਨਾ, ਗੁਰੂ ਹਰਗੋਬਿੰਦ ਸਾਹਿਬ ਨੇ ਸ਼ਸਤਰ ਦਿੱਤੇ ਸਨ, 2 ਤਲਵਾਰਾਂ ਪਵਾਈਆਂ। ਉੱਥੇ ਸ਼ਬਦ ਇਹ ਨਹੀਂ ਕਿ ਮੇਰੀ ਪੀਰੀ, ਉੱਥੇ ਪਹਿਲਾਂ ਪੀਰੀ ਹੈ। ਭਾਵੇਂ ਅਸੀਂ ਕਹਿ ਦਿੱਤਾ ਮੇਰੀ ਪੀਰੀ ਦੇ ਮਾਲਕ ਨੇ, ਪੀਰੀ ਪਹਿਲਾਂ ਹੋਵੇ ਤੇ ਮੇਰੀ ਬਾਅਦ ਵਿੱਚ ਆਵੇ। ਕਿਉਂਕਿ ਜੇ ਇਹ ਲਫ਼ਜ਼ ਇਸ ਤਰ੍ਹਾਂ ਪੜ੍ਹਨਾ ਸੀ, ਕਹਿਣਾ ਸੀ ਵੀ ਪਹਿਲਾਂ ਮੇਰੀ ਫਿਰ ਪੀਰੀ, ਫਿਰ ਆਪਾਂ ਨੂੰ ਇਹ ਵੀ ਕਹਿਣਾ ਪਏਗਾ ਪਹਿਲਾਂ ਸਿਪਾਹੀ ਤੇ ਫਿਰ ਸੰਤ। ਪਰ ਉੱਥੇ ਸ਼ਬਦ ਹੈ ਨਹੀਂ, ਉੱਥੇ ਸ਼ਬਦ ਹੈ ਪਹਿਲਾਂ ਸੰਤ ਫਿਰ ਸਿਪਾਹੀ। ਭਾਵ ਕਿ ਪਹਿਲਾਂ ਸੰਤ, ਪਹਿਲਾਂ ਜਾਗਿਆ ਹੋਇਆ, ਹੋਸ਼ ਵਿੱਚ ਆਇਆ ਹੋਇਆ, ਤੇ ਸਿਪਾਹੀ ਬਣੇ ਬਾਅਦ ਵਿੱਚ। ਲੋੜ ਪਵੇ ਤਾਂ ਤਲਵਾਰ ਫੜੇ। ਇਹ ਨਹੀਂ ਵੀ ਜਿਹਨੇ ਆ ਕੇ ਕੰਨ ਵਿੱਚ ਕਿਹਾ, 2 ਝੂਠ ਬੋਲੇ ਵੀ ਤੈਨੂੰ ਤਾਂ ਕਹਿ ਦਿੱਤਾ ਗਿਆ, ਤਲਵਾਰ ਫੜ ਕੇ ਸ਼ੁਰੂ ਕਰ ਦਿੱਤਾ। ਇਹ ਇੱਕ ਬਿਰਤੀ ਸਾਡੇ ਵਿੱਚ ਵੱਧ ਗਈ ਹੈ। ਔਰ ਜਿਹੜਾ ਇਸ ਵਿਚਾਰਧਾਰਾ ਦੀ ਗੱਲ ਕਰਦਾ, ਕਈ ਵਾਰੀ
ਸਾਡੇ ਦਿਮਾਗ ਇੰਨੇ ਗਰਮ ਹੋ ਗਿਆ, ਅਸੀਂ ਕਹਿੰਦੇ ਬੁਝਦਿਲ ਹੈ, ਡਰਪੋਕ ਹੈ। ਇਹ ਸਾਡੀ ਕਮਜ਼ੋਰੀ। ਪਰ ਵੇਖੋ, ਇਹ ਵਿਚਾਰਨਾ ਪਏਗਾ ਵੀ ਸਿੱਖ ਕੌਮ ਨੇ ਸ਼ਹਾਦਤਾਂ ਕਿੰਨੀਆਂ ਦਿੱਤੀਆਂ ਨੇ ਤੇ ਮਿਲਿਆ ਕਿੰਨਾ ਕੁ ਹੈ। ਇਹਦੇ ਉੱਤੇ ਵਿਚਾਰ ਕਰਨੀ ਪਏਗੀ। ਕਿੰਨੇ ਸਰੀਰ ਚਲੇ ਗਏ, ਘਰਾਂ ਦੇ ਘਰ ਖਾਲੀ ਹੋ ਗਏ। ਉਹਦੇ ਬਦਲੇ ਕੁਝ ਹੋਇਆ ਵੀ, ਜਾਂ ਕੁਝ ਲੋਕ ਵੇਚ ਵੱਟ ਕੇ ਘਰ ਬਣਾ ਕੇ ਬੈਠ ਗਏ। ਤਾਂ ਇਹਦੇ ਉੱਤੇ ਵਿਚਾਰ ਕਰਨੀ ਚਾਹੀਦੀ। ਸਤਿਗੁਰਾਂ ਨੇ ਕਿਹਾ ਸੀ, ਇਹਨੇ ਗਲਤੀ ਬਹੁਤ ਵੱਡੀ ਕੀਤੀ ਹੈ। ਇੱਕ ਥੱਪੜ ਇਹਨੂੰ ਲਾਓ। 15 ਜਣੇ ਸਨ, 15 ਨੇ ਇੱਕ ਇੱਕ ਲਾ ਦਿੱਤਾ, ਉਹ ਡਿੱਗ ਪਿਆ ਜ਼ਮੀਨ ਤੇ। ਸਤਿਗੁਰਾਂ ਨੇ ਕਿਹਾ ਵੀ ਮੈਂ ਤਾਂ ਇੱਕ ਵਾਸਤੇ ਕਿਹਾ ਸੀ, ਤੁਸੀਂ 15 ਲਾ ਦਿੱਤੇ। ਸਾਰੇ ਇੱਕੋ ਆਵਾਜ਼ ਵਿੱਚ ਕਹਿਣ ਲੱਗੇ, ਮਹਾਰਾਜ ਤੁਹਾਡਾ ਹੁਕਮ ਸਾਰੇ ਸਿੱਖਾਂ ਨੂੰ ਸੀ, ਇੱਕ ਨੂੰ ਥੋੜ੍ਹੀ ਸੀ, ਤੇ ਸਾਰਿਆਂ ਨੇ ਹੁਕਮ ਮੰਨਣਾ ਸੀ, ਇੱਕ ਇੱਕ ਲਾਉਣੇ ਸੀ। ਸਤਿਗੁਰਾਂ ਨੇ ਤਰੀਕਾ ਵਰਤਣਾ ਸੀ। ਕਹਿਣ ਲੱਗੇ, ਫਿਰ ਜੇ ਇੰਨੇ ਹੁਕਮ ਮੰਨਣ ਵਾਲੇ ਹੋ ਨਾ, ਇਹ ਸਿੱਖ ਵਿਚਾਰਾ ਸਾਰੀ ਉਮਰ ਹੋ ਗਿਆ ਆਪ ਰੋਟੀਆਂ ਪਕਾਉਂਦਾ ਹੈ, ਵਿਆਹਿਆ ਨਹੀਂ। ਇਹਨੂੰ ਸਾਰੀ ਉਮਰ ਹੋ ਗਈ ਤਵੇ ਤੇ ਹੱਥ ਮਾਰਦੇ ਨੂੰ। ਜੇ ਹੁਕਮ ਮੰਨਣ ਵਾਲੇ ਹੋ ਤੇ ਇੱਕ ਲੜਕੀ ਦਿਓ, ਇਹਦੇ ਨਾਲ ਸ਼ਾਦੀ ਕਰਨੀ ਹੈ। ਕੰਮ ਤੇ ਇਹ ਸੀ ਗੁਰੂ ਦਾ, ਜੁਗਤ ਤਾਂ ਇਹ ਸੀ, ਕੰਮ ਤਾਂ ਇਹ ਕਰਾਉਣਾ ਸੀ। ਗੁਰੂ ਸਿੱਖ ਨੂੰ ਇੰਨੇ ਨੇੜਿਓਂ ਵੇਖਦਾ ਹੈ ਜਿੰਨਾ ਉਹਦੀ ਮਾਂ ਵੀ ਨਹੀਂ ਵੇਖ ਸਕਦੀ। ਖਿਆਲ ਰੱਖਣਾ, ਜਿਹੜਾ ਸਿੱਖ ਹੈ ਨਾ, ਉਹਨੂੰ ਗੁਰੂ ਇੰਨਾ ਨੇੜਿਓਂ ਵੇਖਦਾ ਹੈ ਵੀ ਉਹ ਰੋਟੀ ਕਿਵੇਂ ਖਾਂਦਾ, ਉਹ ਰਹਿੰਦਾ ਕਿਵੇਂ ਹੈ, ਉਹਦਾ ਸਰੀਰ ਕਿਵੇਂ ਚੱਲਦਾ, ਕਿਹੜੇ ਰੋਗ ਤੋਂ ਗ੍ਰਸਤ, ਸਭ ਜਾਣਦਾ ਹੈ, ਸਭ ਪਤਾ ਹੈ। ਤਾਂ ਕਲਗੀਆਂ ਵਾਲਾ ਉਸ ਸਿੱਖ ਦੇ ਇੰਨੇ ਨੇੜੇ ਸੀ ਕਿ ਜਦੋਂ ਆਪ ਰੋਟੀ ਪਕਾਉਂਦਾ ਸੀ, ਗੁਰੂ ਉਹਨੂੰ ਨੇੜੇ ਬਹਿ ਕੇ ਵੇਖਦਾ ਸੀ ਵੀ ਮੇਰਾ ਸਿੱਖ ਹੈ ਤੇ ਇਹਦਾ ਘਰ ਨਹੀਂ, ਗ੍ਰਸਤੀ ਨਹੀਂ ਬਣਿਆ, ਘਰ ਨਹੀਂ ਵਸਿਆ, ਆਪ ਵਿਚਾਰਾ ਸਾਰਾ ਦਿਨ ਭਾਂਡੇ ਮਾਂਜਦਾ ਹੈ, ਕਰਾਂ ਕੁਝ ਇਸ ਦਾ। ਤਾਂ ਤਰੀਕਾ ਵਰਤਿਆ ਔਰ ਹੁਕਮ ਦਿੱਤਾ। ਕਹਿਣ ਲੱਗੇ, ਆਪਣੀ ਬੱਚੀ ਦਾ ਰਿਸ਼ਤਾ ਦਿਓ ਇਹਦੇ ਵੱਲ। ਹੁਣ ਹੁਕਮ ਤਾਂ ਆਪਣੇ ਆਪਣੇ ਨਾ, ਜਿਹੜੇ ਹੁਕਮ ਸਾਨੂੰ ਚੰਗੇ ਲੱਗਦੇ ਨੇ ਉੱਥੇ ਤੇ ਜਕਾਰਾ ਛੱਡ ਦਿੰਦੇ ਆ। ਜਿਹੜਾ ਹੁਕਮ ਸਾਨੂੰ ਚੰਗਾ ਨਹੀਂ ਲੱਗਦਾ ਉੱਥੇ ਅੱਖਾਂ ਜੀਆਂ ਮਲ ਕੇ ਮੂੰਹ ਨੀਵਾਂ ਕਰ ਲਿਆ। ਇਹ ਗੁਰੂ ਦਾ ਹੁਕਮ ਸੀ, ਪਿੱਛੇ ਹਟ ਗਏ। ਸਿਰਫ ਇੱਕ ਨਿਤਰਿਆ ਉਹਨਾਂ ਵਿੱਚੋਂ, ਉਹਨੇ ਆਪਣੀ ਬੱਚੀ ਹਾਜ਼ਰ ਕੀਤੀ। ਸਤਿਗੁਰਾਂ ਨੇ ਆਨੰਦ ਕਾਰਜ ਕਰਾ ਦਿੱਤਾ, ਸਿੱਖ ਦਾ ਘਰ ਵਸ ਗਿਆ। ਇਹ ਗੁਰੂ ਦਾ ਤਰੀਕਾ ਹੈ, ਜੁਗਤ ਹੈ। ਕਿਹੜਾ ਢੰਗ ਵਰਤਣਾ ਹੈ, ਕਿਹੜਾ ਤਰੀਕਾ ਵਰਤਣਾ ਹੈ, ਤਾਂ ਉਹਦਾ ਅੰਤ ਕੋਈ ਨਹੀਂ ਹੈ। ਕਿਸੇ ਨੂੰ ਸਮਝ ਨਹੀਂ ਆਉਂਦੀ ਵੀ ਕਿਹੜੇ ਤਰੀਕੇ ਨਾਲ ਸਤਿਗੁਰੂ ਨੇ ਸਿੱਖ ਦੇ ਜੀਵਨ ਦੀ ਸੰਭਾਲ ਕਰਨੀ ਹੈ। ਬੜਾ ਬੇਅੰਤ ਹੈ, ਵੱਡਾ ਹੈ, ਉਹਦਾ ਕਿਸੇ ਨੇ ਅੰਤ ਨਹੀਂ ਪਾਇਆ। ਤੇ ਮੈਂ 3 ਤਰ੍ਹਾਂ ਦੇ ਲੋਕਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਕਿ 3 ਤਰ੍ਹਾਂ ਦੇ ਲੋਕ ਨੇ। ਪਹਿਲੇ ਤਾਂ ਉਹ ਸਿੱਖ ਜਿਹੜੇ ਗੁਰੂ ਨੂੰ ਮੱਥਾ ਟੇਕਣ ਤੱਕ ਸੀਮਤ, ਗੁਰੂ ਦੀ ਗੱਲ ਸੁਣ ਕੇ ਚੱਲਦੇ ਨਹੀਂ, ਖੋਜ ਨਹੀਂ ਕਰਦੇ। ਤੇ ਦੂਜੀ ਤਰ੍ਹਾਂ ਦੇ ਖੋਜੀ, ਜਿਹੜੇ ਖੋਜ ਜ਼ਰੂਰ ਕਰਦੇ ਪਰ ਖੋਜ ਕਰਦੇ ਨੇ ਅਧਿਕਾਰੀ ਬਣ ਕੇ, ਵੀ ਅਸੀਂ ਕਰਨਾ ਤੇ ਅਸੀਂ ਪਾਉਣਾ ਹੈ। ਜਦ ਕਿ ਸਿੱਖੀ ਇਹ ਨਹੀਂ ਸੀ। ਸਿੱਖੀ ਇਹ ਸੀ ਵੀ ਗੁਰੂ ਨੇ ਕਰਾਉਣਾ ਤੇ ਆਪਣੇ ਆਪ ਨੂੰ ਮਿਟਾਉਣਾ ਹੈ। ਬਹੁਤ ਫਰਕ ਹੈ। ਇੱਕ ਇਹ ਜੁਗਤ ਹੈ ਵੀ ਅਸੀਂ ਕਰਨਾ ਹੈ, ਪਾਠ ਕਰਨਾ ਹੈ, ਜਪ ਤਪ ਕਰਨਾ, ਸੇਵਾ ਕਰਨੀ, ਅਸੀਂ ਕਰਨਾ ਹੈ ਤੇ ਅਸੀਂ ਪਾਉਣਾ ਹੈ। ਸਿੱਖੀ ਇਹ ਹੈ ਨਹੀਂ ਸੀ। ਗੁਰਸਿੱਖੀ ਦੇ ਅਰਥ ਸਨ, ਗੁਰੂ ਨੇ ਕਰਾਉਣਾ ਹੈ ਤੇ ਆਪਣੇ ਆਪ ਨੂੰ ਮਿਟਾਉਣਾ ਹੈ। ਪਰ ਤੀਜੀ ਤਰ੍ਹਾਂ ਦੇ ਲੋਕ, ਉਹ ਵੀ ਜਪ ਤਪ ਕਰਦੇ, ਬਾਣੀ ਪੜ੍ਹਦੇ, ਧਰਮ ਨੂੰ ਕਮਾਉਂਦੇ ਨੇ, ਗੁਰੂ ਦੇ ਦੀਦਾਰ ਕਰਦੇ, ਸਾਰੇ ਕੰਮ ਕਰਦੇ ਨੇ, ਪਰ ਉਹਨਾਂ ਦੀ ਅੰਦਰਲੀ ਭਾਵ ਦਸ਼ਾ ਬਦਲ ਜਾਂਦੀ ਹੈ। ਉਹਦੇ ਮੁਕਾਬਲੇ ਵਿੱਚ ਗੁਰੂ ਕੋਲੋਂ ਕੋਈ ਅਹੁਦਾ ਨਹੀਂ ਮੰਗਦੇ, ਚਾਹੁੰਦੇ ਕੁਝ ਨਹੀਂ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਨਹੀਂ ਤੇ ਮੁਕਤੀ ਵਾਸਤੇ ਤੇ ਸੰਸਾਰ ਦੇ ਧਾਰਮਿਕ ਲੋਕ, ਇਹ ਤਾਂ ਉਹਨਾਂ ਦੀ ਅਰਦਾਸ ਹੁੰਦੀ ਨਾ ਵੀ ਮੁਕਤੀ ਮਿਲੇ ਸਾਨੂੰ, ਕੌਣ ਨਹੀਂ ਚਾਹੁੰਦਾ। ਪਰ ਜਦੋਂ ਇੱਥੇ ਗੱਲ ਚੱਲਦੀ ਹੈ, ਉਹ ਕਹਿੰਦੇ ਮੁਕਤ ਬਪੜੀ ਵੀ ਗਿਆਨੀ ਤਿਆਗੈ। ਮੁਕਤੀ ਕਿਉਂ ਤਿਆਗੀ? ਕਿਉਂਕਿ ਮੁਕਤੀ ਦੀ ਮੰਗ ਕਰਨ ਵਾਲਾ ਵੀ ਕਿਤੇ ਨਾ ਕਿਤੇ ਵਾਸ਼ਨਾ ਵਿੱਚ ਫਸਿਆ ਹੋਇਆ ਹੈ। ਉਹਦੇ ਅੰਦਰ ਵੀ ਕੋਈ ਬਣਨ ਦੀ ਇੱਛਾ ਹੈ ਕਿ ਮੈਂ ਮੁਕਤ ਹੋ ਜਾਵਾਂਗਾ, ਮੈਨੂੰ ਇਹ ਅਵਸਥਾ ਮਿਲੇਗੀ, ਮੈਂ ਲੋਕਾਂ ਨੂੰ ਵਰ ਦਿਆਂਗਾ,
ਮੈਨੂੰ ਵੱਡੇ ਪਲੰਘ ਤੇ ਬਿਠਾ ਦੇਣਗੇ, ਇਹ ਵਾਸ਼ਨਾਵਾਂ ਉਹਦੇ ਅੰਦਰ ਬਣੀਆਂ ਰਹਿੰਦੀਆਂ। ਸੰਸਾਰ ਵਿੱਚ ਲੇਬਲ ਲਾ ਦਿਆਂਗਾ ਮੈਂ ਜੀਵਨ ਮੁਕਤ ਹਾਂ, ਕਿਤੇ ਨਾ ਕਿਤੇ ਅੰਦਰ ਹੈ। ਤਾਂ ਇਹਨੂੰ ਵੀ ਕੱਟ ਦਿੱਤਾ ਗਿਆ। ਮੁਕਤ ਬਪੜੀ ਵੀ ਗਿਆਨੀ ਤਿਆਗੈ, ਜਦ ਕਿ ਮੁਕਤੀ ਇੱਕ ਬੜਾ ਵੱਡੀ ਘਟਨਾ ਹੈ ਜੀਵਨ ਦੀ, ਮਿਲਦੀ ਨਹੀਂ ਇਤਨੀ ਜਲਦੀ, ਪਰ ਉਹਨੂੰ ਵੀ ਨਕਾਰਿਆ ਗਿਆ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਕੀ ਚਾਹੀਦਾ? ਕਹਿੰਦੇ ਮਨ ਪ੍ਰੀਤ ਚਰਨ ਕਮਲਾਰੇ, ਚਰਨ ਕਮਲ ਦੀ ਪ੍ਰੀਤ, ਧਿਆਨ ਉਹਦੇ ਨਾਲ ਬਣਿਆ ਰਵੇ। ਇਹ ਸਭ ਤੋਂ ਵੱਡੀ ਚੀਜ਼ ਹੈ, ਇਹ ਸਭ ਤੋਂ ਵੱਡੀ ਚੀਜ਼। ਔਰ ਇਸੇ ਨੂੰ ਕਬੀਰ ਜੀ ਨੇ ਕਹਿ ਦਿੱਤਾ, ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ। ਚਰਨ ਕਮਲ ਦੀ ਮੌਜ ਸਭ ਤੋਂ ਵੱਡੀ ਹੈ। ਤਾਂ ਜਿਹੜੀ ਸਿੱਖ ਦੀ ਅਖੀਰਲੀ ਅਰਦਾਸ ਉਹ ਕਿੱਥੇ ਆ ਕੇ ਖੜੀ ਏ? ਰਾਖ ਸਦਾ ਪ੍ਰਭ ਆਪਣੇ ਸਾਥ, ਮੈਨੂੰ ਆਪਣੇ ਨਾਲ ਰੱਖ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਹੈ ਤਰੀਕਾ, ਇਹ ਹੈ ਜੁਗਤ। ਨਾਲ ਰਹਿਣੀ ਸਭ ਤੋਂ ਵੱਡੀ ਸਿੱਖ ਦੇ ਜੀਵਨ ਦੀ ਪ੍ਰਾਪਤੀ ਹੈ। ਤੇ ਸਤਿਗੁਰੂ ਅੱਜ ਦੇ ਇਹਨਾਂ 5 ਸੰਤਾਂ ਦੇ ਵਿੱਚ ਕਿਰਪਾ ਕਰ ਰਹੇ ਨੇ। ਆਪ ਜੀ ਨੇ ਤਵੱਜੋ ਦੇਣੀ। ਸਰਬ ਗੰਤਾ, ਗੰਤਾ ਦਾ ਅਰਥ ਹੈ ਗਤੀ, ਗਤੀ ਦਾ ਅਰਥ ਹੈ ਤੁਰਨਾ। ਤੂੰ ਸਾਰਿਆਂ ਨੂੰ ਗਤੀ ਦੇਣ ਵਾਲਾ ਹੈ, ਸਾਰਿਆਂ ਨੂੰ ਤੋਰਨ ਵਾਲਾ ਹੈ, ਸਾਰਿਆਂ ਵਿੱਚ ਸ਼ਕਤੀ ਭਰ ਕੇ ਉਹਨਾਂ ਦੇ ਸਰੀਰ ਵਿੱਚ ਕੰਮ ਕਰਨ ਦੀ ਗਤੀ, ਸਪੀਡ ਭਰ ਦੇਣਾ। ਆ ਇੱਕ ਗਤੀ ਸ਼ਬਦ ਹੈ ਨਾ, ਇਹ ਆਮ ਤੌਰ ਤੇ ਤੁਸੀਂ ਵੇਖੋਗੇ ਗਤੀ ਨਹੀਂ ਹੋਈ ਫਲਾਣੇ ਦੀ, ਉਹਨਾਂ ਨੂੰ ਕਹਿੰਦੇ ਵੀ ਫਲਾਣੇ ਥਾਂ ਤੇ ਗਤੀ ਹੁੰਦੀ ਪਹੇਵੇ ਵਿੱਚ, ਉੱਥੇ ਕਰਾਉਣ ਜਾਂਦੇ ਲੋਕ, ਤੀਰਥ ਮੰਨਿਆ ਗਿਆ ਪੁਰਾਣਾ। ਤਾਂ ਉੱਥੇ ਜਿਹੜੇ ਗਤੀ ਕਰਨ ਵਾਲੇ ਨੇ ਉਹਨਾਂ ਨੇ ਵੀ ਵੇਖ ਲਿਆ ਬਈ ਇਹ ਗਤੀ ਕਰਾਉਣ ਵਾਲੇ ਜਿਹੜੇ ਆਉਂਦੇ, ਇਹਨਾਂ ਦਾ ਯੂਜ਼, ਇਹਨਾਂ ਦੀ ਵਰਤੋਂ ਕਿਵੇਂ ਕਰਨੀ, ਉਹ ਵੀ ਦੇਖ ਲੈਂਦੇ ਇਸ ਸਾਰੀ ਘਟਨਾ ਨੂੰ। ਤਾਂ ਉਹਨਾਂ ਨੇ ਵੀ ਵੱਖਰੀ ਵੱਖਰੀ ਗਤੀ ਜਿਹੜੀ ਹੈ ਰੱਖੀ ਹੋਈ ਹੈ। ਜਿਹੜਾ ਪ੍ਰਾਣੀ ਮਰ ਗਿਆ, ਮੈਂ ਇਹ ਵੀ ਸੁਣਿਆ ਉਹ ਕਹਿੰਦੇ ਵੀ 100 ਵਾਲੀ ਗਤੀ ਚਾਹੀਦੀ ਏ, ਤੇ ਅੱਗੇ ਤੁਹਾਨੂੰ ਜਿਵੇਂ ਆਮ ਹਾਲ ਕਮਰਾ ਮਿਲ ਜਾਏਗਾ ਜਿਹੜਾ ਮਰ ਕੇ ਗਿਆ, ਜੇ 100 ਦਿਓਗੇ ਤੇ ਬੜਾ ਸਸਤਾ ਹੈ। ਇਹ ਸਮਝ ਨਹੀਂ ਆਉਂਦੀ। ਜੇ ਤੁਹਾਨੂੰ ਉੱਥੇ ਪਰਲੋਕ ਵਿੱਚ ਜਿਹੜਾ ਮਰ ਕੇ ਗਿਆ ਹੈ, ਤੁਸੀਂ 1000 ਦੀ ਗਤੀ ਕਰਾਓ ਤੇ ਉੱਥੇ ਕਮਰਾ ਵੱਖਰਾ, ਏਸੀ ਸਭ ਕੁਝ, ਬੈੱਡਰੂਮ ਮਿਲੇਗਾ, ਚੰਗਾ ਮਿਲ ਜਾਏਗਾ ਥਾਂ। ਤਾਂ ਇਹ ਸਮਝ ਨਹੀਂ ਆਉਂਦੀ ਵੀ ਇੱਥੇ ਤਾਂ ਇੱਕ ਕਮਰਾ ਬਣਾਉਣਾ ਹੋਵੇ ਤੇ 1.5-2 ਲੱਖ ਲੱਗਦਾ ਹੈ, ਪਰ ਉੱਥੇ 1000 ਵਿੱਚ ਬਣ ਜਾਂਦਾ। ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਧਰਮ ਦੇ ਵਿੱਚ ਚੱਲਦੀਆਂ ਨੇ ਤਕਰੀਬਨ ਬਹੁਤੀਆਂ, ਇਸ ਕਰਕੇ ਕਹਿੰਦੇ ਗਤੀ ਕਰਾਉਣ ਜਾਂਦੇ ਲੋਕ। ਸਤਿਗੁਰਾਂ ਨੇ ਕਿਹਾ ਮਰ ਕੇ ਗਤੀ ਕੋਈ ਨਹੀਂ ਹੈ, ਮਰ ਕੇ ਕੋਈ ਗਤੀ ਨਹੀਂ, ਜਿਉਂਦਿਆਂ ਹੀ ਗਤੀ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਉਹਦੀ ਗਤੀ ਹੋਈ ਜਿਹੜਾ ਜਿਉਂਦੇ ਜੀ ਗਤੀ ਵਿੱਚ ਆ ਗਿਆ, ਯਾਨੀ ਕਿ ਰੁਕਿਆ ਨਹੀਂ। ਗਤੀ ਦਾ ਮਤਲਬ ਹੈ ਤੁਰਦੇ ਰਹਿਣਾ, ਖਲੋਣਾ ਨਾ। ਜਿਵੇਂ ਪਾਣੀ ਚੱਲਦਾ ਰਵੇ ਤੇ ਸਫ਼ਰ ਕਰਦਾ ਰਵੇ, ਪਵਿੱਤਰ ਰਹਿੰਦਾ। ਜੇ ਖਲੋ ਗਿਆ ਤੇ ਜਾਲੇ ਪੈ ਗਏ, ਬਦਬੂ ਆਉਣ ਲੱਗ ਪਈ, ਗੰਦਾ ਹੋ ਗਿਆ ਪਾਣੀ। ਜ਼ਿੰਦਗੀ ਤੁਰਦੀ ਰਵੇ, ਤੁਰਨ ਦਾ ਮਤਲਬ ਸਿਮਰਨ ਕਰਦੀ ਰਵੇ ਜ਼ਿੰਦਗੀ, ਰੱਬ ਨਾਲ ਜੁੜੀ ਰਵੇ, ਮਾਇਆ ਵਿੱਚ ਰੁਕੇ ਨਾ। ਇਹ 2 ਸ਼ਬਦ ਨੇ। ਡੇਰਾ ਜਿਹੜਾ ਹੈ ਨਾ, ਡੇਰਾ ਸ਼ਬਦ, ਡੇਰੇ ਦੇ ਅਰਥ ਨੇ ਬਹਿ ਜਾਣਾ, ਖਿਆਲ ਰੱਖਣਾ। ਡੇਰਾ ਲਫ਼ਜ਼ ਡੇਰਾ ਕਰਨਾ, ਆਰਾਮ ਕਰਨਾ। ਡੇਰੇ ਦੇ ਅਰਥ ਚੱਲਣਾ ਨਹੀਂ, ਇਸ ਲਈ ਨਵਾਂ ਨਾਂ ਦਿੱਤਾ ਗੁਰਦੁਆਰਾ ਤੇ ਡੇਰਾ, 2 ਸ਼ਬਦ ਨੇ। ਡੇਰੇ ਦਾ ਮਤਲਬ ਇਹ ਆਰਾਮ ਕਰਨ ਵਾਲੀ ਥਾਂ, ਗੁਰਦੁਆਰੇ ਦਾ ਮਤਲਬ ਤੁਰਨ ਵਾਲੀ ਥਾਂ। ਤੇ ਸਿੱਖ ਤੇ ਸਫ਼ਰ ਕਰਦਾ, ਅੱਗੇ ਵੱਧਦਾ ਜਾਂਦਾ। ਭਾਈ ਵੀਰ ਸਿੰਘ ਜੀ ਨੇ ਬੜੇ ਪਿਆਰੇ ਸ਼ਬਦ ਕਹੇ ਨੇ। ਕਸ਼ਮੀਰ ਵਿੱਚ ਗਏ ਤੇ ਸ਼ਾਮ ਪੈ ਗਈ, ਇੱਕ ਦਰਿਆ ਦੇ ਕਿਨਾਰੇ ਜਾ ਰਹੇ ਸਨ, ਨਾਲ 2-4 ਪ੍ਰੇਮੀ ਸਰੀਰ। ਨਾਲ ਦਿਆਂ ਨੇ ਕਿਹਾ
क्योंकि उत्थे बैठ गए, लेट हो गए। नालदियां ने कहा भी आराम करिए। भाई साहब ने बड़ा सोहना शब्द कहा, वो कहते वेखो रात पै गई, सारे पंछी भी आलणियां विच बैठ गए, सारे मनुख भी अपने मंजियां ते सौ गए, सब रुक गया, पर मैं इस दरिया नूं पुछ रहा भी तू अजे भी चल रहा, नालों पानी बह रहा सी, मैं तां बैठा इत्थे। ते उन्हें जवाब दिता, जवाब मिलिया, कहन लगे खिच जिन्हां ने सीने खाधी वो कर आराम नहीं बहिंदे, जिन्हां ने किते पहुंचना है वो आराम नहीं करते। खिच जिन्हां दे सीने खाधी वो कर आराम नहीं बहिंदे, नेह वाले नैणा की नींदर वो दिने रात पै बहिंदे, उन्हां विच कोई नींद नहीं। बस फर्क इन्ना ही है, तुरदा हर एक है, सफ़र हर एक करी जाता है, बहिंदा कोई भी नहीं। फर्क सिर्फ इन्ना है भी कुछ लोग ने जिहड़े संसार विच नहीं बहिंदे, रब वाले पासे तुरी जाते हैं, कुछ लोग जिहड़े ने संसार विच तुरी जाते हैं, उन्हां नूं रब दे नाल बहना नसीब नहीं है। फर्क बहुत ज़्यादा है, बहन का सवाल ही नहीं है, डेरा का सवाल ही नहीं, आदमी तुरी जा रहा है, फर्क बहुत वड्डा है। तो मैं बेनती साझी कर रहा सी, सतगुरु कहंदे ने सर्बंगंता, सारियां नूं तू गति बख्शण वाला है। फिर कहंदे सर्बंग हंता, हंता दा मतलब है खत्म करन वाला, सारियां दी हत्या यानी कि खत्म कर देंदा है। सर्ब ते अनभेख, सारियां दे विच रहिंदा है, पर किसी दे भेस नाल तू बझदा नहीं भी ये रब दा भेस है, किसी दे चिन्हां दा गुलाम नहीं बनदा। सर्ब शास्त्र ना जानही, जेह रूप रंग अर रेख, शास्त्र लिखे ने, सिमरतियां लिखियां गईयां ने, वेद लिखे गए ने, बड़े बड़े वड्डे जानकार लोग होए ने, चार मुख तो वेद उचारण वाला ब्रह्मा भी है, बड़े बड़े लोग, पर सारियां ने बहुत खोजिया ते बहुत लिखिया, बहुत समझिया, पर जदों वेख्या, जदों कुछ दिसिया तो पता लगा भी इहदा अंत नहीं कोई पा सकता। अंत ना सिफती कहन ना अंत, अंत ना करना देन ना अंत, अंत ना वेखण सुनन ना अंत, कोई अंत नहीं। किन्ना को एक चीज़ वेखोगे उहदे अगे होर है, एक वेखोगे होर परत खुल जाएगी। तां ही गुरु ग्रंथ साहिब जी की बाणी विच ते भगतां दी जिंदगी विच एक दशा आउंदी, उहनूं कहंदे विस्माद। विस्माद का अर्थ है हैरान हुंदे रहना। जिवें बच्चा नवां नवां जन्म लैंदा है ना, तो तुसीं उहनूं इत्थे लैके आउंदे हो तो सारियां चीज़ां वल बड़ी हैरानी नाल वेंदा है, मत्था टेकेगा, फुੱਲ वल वेखेगा, गुरु ग्रंथ साहिब वल। क्यों? पहली बारी दूजी बारी देख रहा, नवीं चीज़ां वेख रहा, किसी होर दुनिया विचों आया, पर असीं अक गए वेख वेख के सारी उम्र। वेंदा ही नहीं बंदा, बस पैसा वगाउंदा है, मत्था टेकदा, पता ही वही गुरु है जिहड़ा पहला हुंदा सी। कोई उत्सुकता नहीं है, कोई चाह नहीं, कुछ नहीं वेखदा। पर जिन्हां दे अंदर, जिन्हां ने कुछ वेख्या, वो रोज़ नवां वेखदे ने। साहिब मेरा नीत नवां, नवीं नवीं दुनिया ते हैरानी विच चले जाते हैं, खुशी विच चले जाते हैं। बंदा दुखी क्यों है? इक्को चीज़ नूं वार वार वेखी जाता, अक गया है। पहला कोल नहीं सी, कुछ लगता सी बड़ी वधिया जिंदगी होवेगी, बड़ी खिचदायक, पर हुण कोल है, अक गया। उही घर, उही बच्चे, उही दरवाजा, उही गड्डी, उही दफ्तर, उही जमीन, उही कपड़े। दुखी है, इस तो बदलता कुछ नहीं, नवा नहीं हुंदा। तो वो एक तरह अकेवें नाल है, अक गया जिंदगी तो, क्योंकि सारा कुछ वो ही ढोई जा रहा, रोज़ रिपीटिंग हो रही, वही प्रशादे कल वाले अज फिर। पर जिन्हां दी सुरत नाम नाल जुड़ी है, उन्हां दी जिंदगी, उन्हां दी अख इस दुनिया तक नहीं, इहदे तो अगे
ਅੰਤ ਨਾ ਸਿਫਤੀ ਕਹਿ ਨਾ ਅੰਤ। ਅੰਤ ਨਾ ਕਰਨਾ, ਉਹਦੇ ਚੋਜਾਂ ਦਾ ਅੰਤ ਨਹੀਂ। ਇਹ ਸਭ ਕੁਝ ਉਹ ਦੀਦਾਰ ਕਰਦੇ ਨੇ। ਅੰਤ ਨਾ ਕਰਨਾ, ਦੇਨ ਨਾ ਅੰਤ, ਅੰਤ ਨਾ ਵੇਖਣ, ਉਹਦੇ ਵੇਖਣ ਦਾ ਕੋਈ ਅੰਤ ਨਹੀਂ। ਬਾਹਰੋਂ ਵੇਖ ਵੇਖ ਕੇ ਬੰਦਾ, ਭਾਈ ਗੁਰਦਾਸ ਜੀ ਕਹਿੰਦੇ, ਅੱਖੀ ਦੇਖ ਨਾ ਰਜੀਆਂ ਬਹੁ ਰੰਗ ਤਮਾਸ਼ੇ। ਪਰ ਜਿਨ੍ਹਾਂ ਨੇ ਅੰਦਰੋਂ ਨਾਮ ਨਾਲ ਪਿਆਰ ਕੀਤਾ ਹੈ, ਉਹਨਾਂ ਵਾਸਤੇ ਸਤਿਗੁਰੂ ਕਹਿੰਦੇ, ਰੰਗ ਤਮਾਸ਼ਾ ਪੂਰਨ ਆਸ਼ਾ, ਕਬੈ ਨਾ ਵਿਆਪੈ ਚਿੰਤਾ। ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ। ਇਸ ਆਕਾਰ ਦਾ ਵੀ ਕੋਈ ਅੰਤ ਨਹੀਂ। ਕਿੰਨੇ ਸੂਰਜ ਨੇ, ਕਿੰਨੇ ਚੰਦਰਮਾ ਨੇ, ਕਿੰਨੀਆਂ ਧਰਤੀਆਂ ਨੇ, ਕਿੰਨੇ ਪ੍ਰਕਾਰ ਦੀਆਂ ਬੋਲੀਆਂ ਨੇ, ਕਿੰਨੇ ਪ੍ਰਕਾਰ ਦੇ ਜੀਵ ਜੰਤੂ ਨੇ। ਇਹ ਅੰਤ ਨਾ ਜਾਣੈ ਕੋਈ, ਬਹੁਤਾ ਕਹੀਐ ਬਹੁਤਾ ਹੋਏ। ਜਿੰਨਾ ਤੁਸੀਂ ਇਹਨੂੰ ਕਹੋਗੇ ਓਨਾ ਹੋਰ ਵੱਡਾ ਹੋ ਜਾਏਗਾ, ਹੋਰ ਅੱਗੇ ਨਿਕਲ ਜਾਏਗਾ। ਪਰ ਇਹਨੂੰ ਕਹਿਣਾ ਚਾਹੀਦਾ ਕਾਹਦੇ ਵਾਸਤੇ? ਆਨੰਦ ਲੈਣ ਵਾਸਤੇ, ਅੰਤ ਪਾਉਣ ਵਾਸਤੇ ਨਹੀਂ। ਆਨੰਦ ਲੈਣ ਵਾਸਤੇ ਜਿਹੜੇ ਕਹਿੰਦੇ, ਉਹ ਇਹਨੂੰ ਪ੍ਰਾਪਤ ਕਰ ਲੈਂਦੇ। ਸਹਿਬ ਕਹਿੰਦੇ, ਸਰਬ ਸ਼ਾਸਤਰ ਨਾ ਜਾਣਹੀ, ਜਿਹੇ ਰੂਪ ਰੰਗ ਅਰ ਰੇਖ। ਉਹਦੇ ਰੂਪ ਨੂੰ, ਉਹਦੇ ਰੰਗ ਨੂੰ ਔਰ ਉਹਦੇ ਪੈਰ ਦੇ ਲੱਗੇ ਹੋਏ ਚਿੰਨ੍ਹਾਂ ਨੂੰ ਕੋਈ ਸ਼ਾਸਤਰ ਨਹੀਂ ਦੇਖ ਸਕਿਆ। ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਪਰਮ ਵੇਦ ਪੁਰਾਨ ਜਾਂ ਕਹਿ। ਪਰਮ ਵੇਦ, ਸਾਰੇ ਵੇਦ ਇਕੱਠੇ ਕਰੀਏ ਤਾਂ ਪਰਮ ਵੇਦ ਸ਼ਬਦ ਬਣਦਾ ਹੈ। ਦੁਨੀਆ ਵਿੱਚ ਜਿੰਨੇ ਵੇਦ ਹੋਏ ਨੇ ਹੁਣ ਤੱਕ, ਇੱਥੇ ਵੇਦ ਦੇ ਅਰਥ ਰੱਬ ਨਾਲ ਜੁੜੇ ਹੋਏ ਪੁਰਸ਼ਾਂ ਦੇ ਮੁਖਾਰ ਬਿੰਦ ਤੋਂ ਨਿਕਲੇ ਹੋਏ ਸ਼ਬਦਾਂ ਦੀ ਲਿਖਤ, ਉਹਨੂੰ ਵੇਦ ਕਹਿੰਦੇ ਨੇ। ਭਾਵੇਂ ਮਸ਼ਹੂਰ ਇਹ ਹੈ ਕਿ 4 ਵੇਦ ਨੇ, ਪਰ ਵੇਦ ਜਿਹੜਾ ਲਫ਼ਜ਼ ਹੈ ਉਹ 4 ਵੇਦਾਂ ਤੱਕ ਸੀਮਤ ਨਹੀਂ। ਭਾਵੇਂ ਕਿਸੇ ਧਰਮ ਦੇ ਪੈਗੰਬਰ ਅਵਤਾਰ ਦੇ ਮੁਖਾਰ ਬਿੰਦ ਤੋਂ ਕੋਈ ਵੀ ਗਿਆਨ ਨਿਕਲਿਆ, ਉਹਨੂੰ ਭਾਸ਼ਾ ਕੋਸ਼ ਵਿੱਚੋਂ ਉਹਦਾ ਨਾਂ ਲੱਭਾਂਗੇ ਤੇ ਵੇਦ ਮਿਲੇਗਾ। ਵੇਦ ਵੈਦ ਤੋਂ ਬਣਿਆ। ਵੈਦ ਦਾ ਮਤਲਬ ਹਕੀਮ, ਹਕੀਮ ਦਾ ਮਤਲਬ ਜਿਹਨੂੰ ਹਿਕਮਤ ਆਉਂਦੀ ਹੈ, ਹਿਕਮਤ ਦਾ ਮਤਲਬ ਜਿਹਦੇ ਕੋਲ ਗਿਆਨ ਹੈ, ਗਿਆਨ ਦਾ ਮਤਲਬ ਜਿਹਨੇ ਰੱਬ ਦੇ ਪਿਆਰ ਵਿੱਚ ਗਿਆਨ ਪਾਇਆ ਹੈ। ਇਸ ਕਰਕੇ ਉਹਨੂੰ ਕਹਿੰਦੇ, ਉਹਦੇ ਮੂੰਹ ਤੋਂ ਨਿਕਲੇ ਹੋਏ ਸ਼ਬਦ ਸਾਰੇ ਵੇਦ ਨੇ। ਕਹਿੰਦੇ ਪਰਮ ਵੇਦ ਪੁਰਾਣ, 18 ਪੁਰਾਣ ਜਾਂ ਕਹਿ ਨੇਤ ਭਾਖਤ ਨਿਤ। ਹਰ ਰੋਜ਼ ਨਿਤ ਉਸ ਨੂੰ ਨੇਤ ਨੇਤ ਕਹਿੰਦੇ। ਨੇਤ ਦਾ ਮਤਲਬ ਹੈ ਨਾ ਇਤੀ। ਇਹਦਾ ਭਾਵ ਹੈ ਵੀ ਇੱਥੋਂ ਤੱਕ ਮੈਂ ਕਿਹਾ ਹੈ ਤੇ ਇਸ ਤੋਂ ਅੱਗੇ ਵੀ ਹੈ। ਜਿੱਥੋਂ ਤੱਕ ਮੈਂ ਕਿਹਾ ਹੈ ਇੱਥੋਂ ਤੱਕ ਨਹੀਂ। ਬੰਦੇ ਦਾ ਹੰਕਾਰ ਕੀ ਹੈ? ਸਾਡਾ ਹੰਕਾਰ ਇੱਥੇ ਖੜਾ ਹੈ ਵੀ ਜਿਵੇਂ ਮੈਂ ਕੀਤਾ ਹੈ ਇਹੀ ਹੈ ਬਸ, ਬਾਕੀਆਂ ਨੇ ਜਿਵੇਂ ਕੀਤਾ ਉਹ ਸਾਰਾ ਗਲਤ ਹੈ। ਪਰ ਸਤਿਗੁਰੂ ਨੇ ਕਿਹਾ ਨਹੀਂ, ਤੇਰੀ ਹਾਲਤ ਤਾਂ ਉਸ ਛਿਪਕਲੀ ਵਾਲੀ ਹੈ ਜਿਹਨੇ ਛੱਤ ਦੇ ਥੱਲੇ, ਉਹ ਸਾਰੀ ਉਮਰ ਹੋ ਗਈ ਉਹਨੂੰ ਰਹਿੰਦਿਆਂ, ਕੀੜੇ ਖਾਂਦਿਆਂ। ਕਿਸੇ ਨੇ ਪੁੱਛਿਆ ਸੀ ਵੀ ਸਾਰੀ ਉਮਰ ਇੱਥੇ ਛੱਤ ਦੇ ਥੱਲੇ ਕਿਉਂ, ਕਦੀ ਬਾਹਰ ਵੀ? ਉਹਨੇ ਕਿਹਾ ਨਹੀਂ, ਮੈਂ ਛੱਤ ਦੇ ਥੱਲਿਓਂ ਨਿਕਲ ਗਈ ਤੇ ਡਿੱਗ ਪੈਗਾ ਛੱਤ, ਕਿਉਂਕਿ ਮੈਂ ਚੁੱਕਿਆ ਹੋਇਆ, ਮੈਂ ਇਹਨੂੰ ਫੜ ਕੇ ਖੜੀਆਂ ਤਾਂ ਹਾਂ। ਆਮ ਤੌਰ 'ਤੇ ਬੰਦੇ ਦਾ ਦਿਮਾਗ ਵੀ ਇੱਥੇ ਖੜਾ, ਉਹ ਜਿਹੜੇ ਕੰਮ ਵਿੱਚ ਪੈਂਦਾ ਉਹਨੂੰ ਸੋਚਦਾ ਵੀ ਜੇ ਮੈਂ ਇੱਥੇ ਹਾਂ ਤੇ ਹੈ, ਜੇ ਮੈਂ ਪਾਸੇ ਹੋ ਗਿਆ ਤੇ ਨਹੀਂ। ਬੜਾ ਵੱਡਾ ਹੰਕਾਰ ਹੈ। ਸਤਿਗੁਰੂ ਨੇ ਕਿਹਾ ਨਹੀਂ, ਨੇਤ ਜਿਨ੍ਹਾਂ ਨੇ ਜਾਣਿਆ ਹੈ ਉਹਨਾਂ ਨੇ ਕਹਿ ਦਿੱਤਾ ਵੀ ਇੱਥੋਂ ਤੱਕ ਮੈਂ ਜਾਣਿਆ, ਇਹਦੇ ਤੋਂ ਅੱਗੇ ਉਹਦਾ ਬਹੁਤ ਵੱਡਾ ਪਸਾਰਾ ਹੈ। ਤੇ ਹੰਕਾਰ ਇਸ ਤਰ੍ਹਾਂ ਖਤਮ ਹੋ ਗਿਆ, ਟੁੱਟ ਗਿਆ। ਤੇ ਹੰਕਾਰ ਦੇ ਟੁੱਟਣ ਕਰਕੇ ਜਦੋਂ ਅੰਦਰੋਂ ਖਾਲੀ ਹੋਇਆ ਤੇ ਆਪਣੇ ਆਨੰਦ ਦੀ ਪ੍ਰਾਪਤੀ ਹੋ ਗਈ। ਇਸ ਕਰਕੇ ਕਹਿੰਦੇ ਨੇਤ ਭਾਖਤ, ਭਾਖਤ ਕਹਿੰਦੇ ਬੋਲਣਾ, ਨਿਤ ਹਰ ਰੋਜ਼ ਸਾਰੇ ਪੁਰਾਣ ਤੇ ਵੇਦ ਉਸ ਨੂੰ ਨਾ ਇਤੀ, ਨਾ ਇਤੀ ਕਹਿੰਦੇ ਹਨ। ਕੋਟ ਸਿਮਰਤ ਪੁਰਾਨ ਸ਼ਾਸਤਰ, ਕਰੋੜਾਂ ਹੀ ਸਿਮਰਤੀਆਂ ਔਰ ਕਰੋੜਾਂ ਹੀ ਪੁਰਾਣ ਤੇ ਕਰੋੜਾਂ ਹੀ ਸ਼ਾਸਤਰ।
ਨਾ ਆਵਈ ਬਹੁ ਚਿੱਤ। ਜੇ ਕੋਈ ਇਹਨਾਂ ਸਾਰਿਆਂ ਕਰੋੜਾਂ ਵੇਦਾਂ ਪੁਰਾਣਾਂ ਦਾ, ਫਿਲਾਸਫੀ ਦਾ, ਪੁਸਤਕਾਂ ਦਾ ਮੁਤਾਲਿਆ ਕਰ ਲਵੇ, ਇਹਨਾਂ ਦਾ ਮੁਤਾਲਿਆ ਕਰਨ ਨਾਲੋਂ ਚਿੱਤ ਵਿੱਚ ਨਹੀਂ ਆਉਂਦਾ ਵੀ ਕਿੰਨਾ ਕੁ ਮਹਾਨ ਹੈ, ਕਿੰਨਾ ਕੁ ਵੱਡਾ ਹੈ। ਇਹਦੇ ਤੋਂ ਅੱਗੇ 87 ਨੰਬਰ ਜਿਹੜਾ ਸ਼ੰਤ ਸ਼ੁਰੂ ਹੁੰਦਾ, ਮਧੂ ਭਾਰ ਸ਼ੰਤ, ਬੜਾ ਪਿਆਰਾ ਲਫ਼ਜ਼ ਹੈ। ਮਧੂ ਦੇ ਅਰਥ ਨੇ ਮਾਖੀਓਂ, ਸ਼ਹਿਦ। ਮੱਧ ਦੇ ਥੱਲੇ ਔਂਕੜ ਹੈ। ਇੱਥੇ ਮੱਧ ਦੇ ਅਰਥ ਅੱਧ ਵੀ ਕੀਤੇ, ਪਰ ਅੱਧ ਤਾਂ ਹੁੰਦੇ ਜੇ ਔਂਕੜ ਨਾ ਹੁੰਦਾ। ਤੇ ਮਧੂ ਭਾਰ, ਭਾਰ ਕਹਿੰਦੇ ਨੇ ਇਕੱਠ ਨੂੰ, ਪੰਡ ਨੂੰ, ਕਿਸੇ ਚੀਜ਼ ਦੇ ਇਕੱਠ ਨੂੰ। ਕਲਗੀਆਂ ਵਾਲੇ ਕਹਿ ਰਹੇ ਨੇ ਕਿ ਇਹ ਜਿਹੜੀ ਅੱਗੇ ਬਾਣੀ ਹੈ, ਮੱਧ ਦਾ ਭਾਰ ਹੈ, ਮਾਖੀਓਂ ਦਾ ਇਕੱਠ ਹੈ, ਇੰਨੀ ਮਿੱਠੀ ਬਾਣੀ ਹੈ। ਮਧੂ ਭਾਰ ਸ਼ੰਤ। ਇਹਨਾਂ ਸ਼ੰਤਾਂ ਵਿੱਚ ਇਉਂ ਹੈ ਕਿ ਜਿਉਂ ਕੋਈ ਇਹਨਾਂ ਸ਼ੰਤਾਂ ਨੂੰ ਪਿਆਰ ਨਾਲ ਪੜ੍ਹੇਗਾ ਤਾਂ ਇਹਦੇ ਵਿੱਚੋਂ ਮਾਖਿਓਂ ਵਰਗੀ ਮਿਠਾਸ, ਸ਼ਹਿਦ ਵਰਗਾ ਮਿੱਠਾ ਰਸ ਪ੍ਰਾਪਤ ਹੋ ਸਕਦਾ ਹੈ। ਤਉ ਪ੍ਰਸਾਦ ਉਹਦੀ ਕਿਰਪਾ ਦੇ ਨਾਲ। ਹਜੂਰ ਕਹਿੰਦੇ ਗੁਣ ਗਨ ਉਦਾਰ, ਮਹਿਮਾ ਅਪਾਰ। ਕਹਿੰਦੇ ਮੈਂ ਉਹਦੇ ਗੁਣ ਕਈ ਦਿਨਾਂ ਤੋਂ ਗਾ ਰਿਹਾ, ਪਰ ਅੰਤ ਨਹੀਂ ਆ ਰਿਹਾ। ਬੜੀ ਵਾਰੀ ਕਿਹਾ, ਬੜੀ ਵਾਰੀ ਉਹਦੇ ਗੁਣ ਗਾਏ ਨੇ। ਇਸ ਕਰਕੇ ਇਹ ਜਿਹੜਾ ਜਾਪ ਸਾਹਿਬ ਹੈ ਨਾ, ਇਹ ਕਈ ਵਾਰੀ ਤੁਹਾਨੂੰ ਵਿੱਚ ਅਕਾਏਗਾ ਵੀ, ਉਕਤਾ ਵੀ ਦੇਗਾ ਵੀ ਰੋਜ਼ ਉਹੀ ਗੱਲਾਂ ਆ ਰਹੀਆਂ। ਇਸ ਲਈ ਜਾਪ ਸਾਹਿਬ ਨੂੰ ਸੁਣਨਾ ਹੈ ਤੇ ਕਿਸੇ ਨਿਸ਼ਈ ਦੇ ਜੀਵਨ ਨੂੰ ਵੇਖਣਾ, ਜਿਹੜਾ ਇੱਕ ਗੱਲ ਨੂੰ ਵਾਰ-ਵਾਰ ਕਰਦਾ ਹੈ। ਉਹ ਨਸ਼ੇ ਵਿੱਚ ਹੈ, ਇੱਕ ਗੱਲ ਨੂੰ ਦੁਹਰਾ ਰਿਹਾ। ਬੁੱਧੀ ਨਾਲ ਨਹੀਂ ਇਹਨੂੰ ਸੁਣਿਆ ਜਾ ਸਕਦਾ। ਜਾਪ ਸਾਹਿਬ ਨੂੰ ਜੇ ਪੜ੍ਹਨਾ ਹੈ ਜਾਂ ਇਹਨੂੰ ਸੁਣਨਾ ਹੈ, ਤਾਂ ਇਹ ਜਿਹੜਾ ਆ ਟੁਕੜਾ ਜਿਹਾ ਨਾ ਛੋਟਾ ਜਿਹਾ ਸਿਰ ਵਿੱਚ, ਬੁੱਧੀ ਜਿਹਨੂੰ ਕਹਿੰਦੇ, ਇਹ ਮਾਸ ਦਾ ਨਹੀਂ ਹੈ, ਖਿਆਲਾਂ ਦਾ ਹੈ। ਤਾਂ ਜਦੋਂ ਜਾਪ ਸਾਹਿਬ ਨੂੰ ਸੁਣਨਾ ਹੈ ਤੇ ਇਹਨੂੰ ਬਾਹਰ ਕਿਤੇ ਰੱਖ ਦੇਣਾ, ਜੋੜੇ ਖਾਨੇ ਵਿੱਚ। ਜਿਨ੍ਹਾਂ ਨੇ ਨਹੀਂ ਰੱਖਿਆ ਉਹਨਾਂ ਨੂੰ ਨਹੀਂ ਆਨੰਦ ਆਉਂਦਾ, ਅੱਕ ਜਾਂਦੇ ਨੇ, ਕਿਉਂਕਿ ਰਿਪੀਟਿੰਗ ਹੋਏਗੀ ਵਾਰ-ਵਾਰ, ਵਾਰ-ਵਾਰ ਕਿਹਾ ਜਾਏਗਾ। ਤਾਂ ਜਿਹੜੇ ਤਾਂ ਲੋਕ ਰਸ ਅਵੇਸ਼ ਅਵਸਥਾ ਵਿੱਚ ਕੁਝ ਹੈਣ, ਬੁੱਧੀ ਤੋਂ ਪਾਰ ਸੁਣਨ ਦੀ ਸਮਰੱਥਾ ਰੱਖਦੇ ਨੇ, ਇਸ ਕੈਦ ਵਿੱਚੋਂ ਛੁੱਟਣ ਦਾ ਉਹਨਾਂ ਨੂੰ ਪਤਾ ਹੈ ਕਿ ਇਸ ਬੁੱਧੀ ਦੇ ਕੈਦਖਾਨੇ ਵਿੱਚੋਂ ਬਾਹਰ ਨਿਕਲ ਕੇ ਪਿਆਰ ਦੀ ਦੁਨੀਆ ਵਿੱਚ ਕਿਵੇਂ ਤੁਰਨਾ, ਉਹ ਤਾਂ ਇਹਨੂੰ ਸੁਣਨਗੇ, ਆਨੰਦ ਵਿੱਚ ਆ ਜਾਣਗੇ। ਪਰ ਜਿਹੜੇ ਲੋਕ ਮੈਥ ਦੇ ਅਧਿਆਪਕ ਹੋਣਗੇ, ਹਿਸਾਬੀ ਕਿਤਾਬੀ, ਉਹ ਤਾਂ ਬਾਹਰੋਂ ਬਾਹਰਲੇ ਗੇਟ ਵਿੱਚੋਂ ਆਉਂਦੇ ਕਹਿ ਦੇਣਗੇ ਉਹ ਕੱਲ੍ਹ ਵੀ ਉਹੀ ਕਥਾ ਸੀ, ਪਰਸੋਂ ਵੀ ਉਹੀ ਲੱਗੇ ਹੋਏ ਨੇ, ਉਹੀ ਕਹਿਣਗੇ। ਕਿਉਂਕਿ ਉਹਦੇ ਨਾਲ ਵੈਸੇ ਸਾਰੇ ਹੀ ਧਰਮ ਨੂੰ ਉਸ ਬੁੱਧੀ ਨਾਲ ਸਮਝਿਆ ਨਹੀਂ ਜਾ ਸਕਦਾ। ਪ੍ਰਯੋਜਨ ਕੋਈ ਨਹੀਂ ਕਿ ਪ੍ਰਯੋਜਨ ਲੈ ਕੇ ਆਉਣਾ ਵੀ ਕੁਝ ਕਾਗਜ਼ 'ਤੇ ਲਿਖ ਲਿਆਈਏ ਕਿ ਯਾਦ ਕਰ ਲਿਆ ਕਿ ਲੈਸਨ ਹੋ ਗਿਆ, ਕੁਝ ਵੀ ਨਹੀਂ ਹੈ। ਲੈਸਨ ਤੇ ਇੱਥੇ ਗਵਾਉਣ ਵਾਸਤੇ ਆਉਣਾ ਹੈ, ਤੋਤਾ ਰਟਨੀ ਨਹੀਂ ਹੈ ਗੁਰੂ ਕੀ ਕਥਾ ਜਿਹੜੀ ਹੈ। ਲੈਸਨ ਇਕੱਠੇ ਕਰਨੇ ਤੇ ਲੈਸਨ ਯਾਦ ਕਰਵਾਉਣੇ, ਗੁਰੂ ਗ੍ਰੰਥ ਸਾਹਿਬ ਦੀ ਕਥਾ ਨਹੀਂ ਹੈ। ਪਾਠ ਯਾਦ ਕਰਾ ਦੇਣਾ, ਗੱਲਾਂ ਚੇਤੇ ਕਰਾ ਦੇਣੀਆਂ। ਪਹਿਲਾਂ ਹੀ ਬੰਦਾ ਤੇ ਫਸਿਆ ਪਿਆ ਵਿਚਾਰਾਂ ਵਿੱਚ, ਬੁੱਧੀ ਵਿੱਚ, ਭਾਰ ਤੇ ਪਹਿਲਾਂ ਹੀ ਉਹਦਾ ਕੋਈ ਨਹੀਂ ਲੈਂਦਾ। ਸਾਰਾ ਦਿਨ ਦੁਕਾਨ ਵਿੱਚੋਂ ਨਿਕਲਦਾ ਅੱਕ ਕੇ, ਤੇ ਅੱਗੋਂ ਇੱਥੋਂ ਇੱਕ ਪੰਡ ਹੋਰ ਧਰ ਦਿਓ ਉਹਦੇ ਸਿਰ ਤੇ, ਪੁੱਛੋ ਫਿਰ ਕੀ ਸੁਣ ਕੇ ਆਇਆ। ਇਹ ਚੀਜ਼ ਤਾਂ ਸਿਰਫ ਬੰਦੇ ਨੂੰ ਖਾਲੀ ਕਰਨ ਵਾਸਤੇ ਹੈ, ਇੱਕ ਵਿੱਚ ਰਵੇ ਬਸ। ਇਸ ਲਈ ਜਿਨ੍ਹਾਂ ਨੇ ਇਕੱਠਾ ਕਰਨਾ ਹੈ ਉਹ ਅੱਜ ਵੀ ਗਏ, ਕੱਲ੍ਹ ਨੂੰ ਵੀ ਚਲੇ ਜਾਣਗੇ, ਉਹ ਨਹੀਂ ਇਹਨੂੰ ਸੁਣਨਗੇ। ਇਕੱਠਾ ਕਰਨ ਦਾ ਪ੍ਰਯੋਜਨ ਹੀ ਨਹੀਂ। ਇਕੱਠਾ ਕਰ ਕਰਕੇ ਤੇ ਦੁਖੀ ਹੋਇਆ ਬੰਦਾ। ਪਹਿਲਾਂ ਬਾਹਰ ਮਾਇਆ ਇਕੱਠੀ ਕਰਦਾ ਰਿਹਾ 50-60 ਸਾਲ ਤੱਕ, ਉਹ ਹੁਣ ਬੱਚੇ ਵੱਡੇ ਹੋ ਗਏ, ਉਹਨਾਂ ਨੇ ਧੱਕਾ ਦੇ ਦਿੱਤਾ। ਹੁਣ ਕੀ ਕਰਦਾ? ਹੁਣ ਗੁਰਦੁਆਰੇ ਦਾ ਗਿਆਨ ਇਕੱਠਾ ਕਰ ਰਿਹਾ ਹੈ, ਹੁਣ ਇਹ ਪੰਡ ਬਣ ਰਿਹਾ ਹੈ। ਇੱਕ ਸੱਜਣ ਮੈਨੂੰ ਮਿਲੇ, ਉਹ ਸਾਰੇ ਜਿੰਨੇ ਵੀ ਥਾਵਾਂ ਤੋਂ ਪ੍ਰੋਗਰਾਮ ਆਉਂਦਾ, ਸਾਰਿਆਂ ਦੀਆਂ ਗਲਤੀਆਂ ਦੀ ਇੱਕ ਕਾਪੀ ਰੋਜ਼ ਭਰਦੇ। ਫਲਾਣੇ ਨੇ ਆਹ ਕਿਹਾ, ਫਲਾਣੇ ਨੇ ਇਹ ਗੱਲ ਕਹਿ ਦਿੱਤੀ। ਸਾਰੀ ਉਮਰ ਨੌਕਰੀ ਕੀਤੀ। ਮੈਂ ਕਿਹਾ ਵੀ ਸਰਕਾਰ ਨੇ ਤਾਂ ਤੁਹਾਨੂੰ ਰਿਟਾਇਰ ਕਰ ਦਿੱਤਾ, ਪਰ ਤੁਹਾਡੀ ਆਦਤ ਹੋ ਗਈ, ਤੁਸੀਂ ਰਿਟਾਇਰਮੈਂਟ ਲੈ ਨਹੀਂ ਸਕਦੇ। ਉੱਧਰੋਂ ਨਿਕਲੇ ਤੇ ਇੱਧਰ ਫਸ ਗਏ। 4 ਦਿਨ ਖਾਲੀ ਵੀ ਰਹਿ ਲਓ।
4 ਦਿਨ ਬੁੱਧੀ ਤੋਂ ਪਾਰ ਵੀ ਚਲੇ ਜਾਓ, ਕੋਈ ਆਨੰਦ ਵਿੱਚ, ਕੋਈ ਰਸ ਵਿੱਚ, ਗੁਰੂ ਦੀ ਗੱਲ ਨਾਲ ਪਿਆਰ ਵੀ ਕਰੋ। ਤੁਸੀਂ ਤੇ ਗੁਰੂ ਕੋਲੋਂ ਵੀ ਖਬਰਾਂ ਇਕੱਠੀਆਂ ਕਰਨ ਲੱਗ ਪਏ। ਤਾਂ ਫਿਰ ਕੋਈ ਅਖਬਾਰ ਕੱਢ ਲੈਣੀ ਸੀ, ਪੱਤਰਕਾਰ ਹੋ ਜਾਣਾ ਸੀ। ਤਾਂ ਧਰਮ ਦੀ ਸਿੱਖਿਆ ਚੇਤੇ ਰੱਖ ਕੇ ਉਹਦੀ ਪੰਡ ਬੰਨਣ ਵਾਸਤੇ ਨਹੀਂ ਸਿਰ ਤੇ। ਗੁਰੂ ਦਾ ਗਿਆਨ ਇੱਥੇ ਸਿਰਫ ਤਾਂ ਦੁਹਰਾਇਆ ਜਾਂਦਾ ਹੈ ਕਿ ਬੰਦੇ ਦੇ ਮਨ ਵਿੱਚ ਜੰਮੀ ਹੋਈ ਵਿਚਾਰਾਂ ਦੀ ਗੰਦਗੀ ਬਾਹਰ ਕੱਢ ਦਿੱਤੀ ਜਾਏ। ਸਾਰੇ ਵਿਚਾਰ ਨਿਕਲ ਜਾਣ ਤੇ ਇੱਕੋ ਹੀ ਵਿਚਾਰ ਰਹਿ ਜਾਏ। ਉਹ ਵਿਚਾਰ ਕਿਹੜਾ? ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਿਰਫ ਇੱਕੋ ਪ੍ਰਯੋਜਨ ਹੈ ਇੱਥੋਂ ਦਾ, ਹੋਰ ਕੋਈ ਨਹੀਂ। ਬਾਕੀ ਤੇ ਸਾਰਾ ਕੁਝ ਬਾਹਰ ਹੈ। ਇਸ ਕਰਕੇ ਕਲਗੀਆਂ ਵਾਲੇ ਇਸ ਜਾਪ ਸਾਹਿਬ ਵਿੱਚ, ਜੋ ਤਕਰੀਬਨ ਅੱਧ ਦੇ ਨੇੜੇ ਆ ਚੁੱਕਾ ਹੈ, ਇਹਨਾਂ ਗੱਲਾਂ ਨੂੰ ਫਿਰ ਰਿਪੀਟ ਕਰਨਗੇ, ਫਿਰ ਕਹਿਣਗੇ, ਕਿਉਂਕਿ ਉਹਨੂੰ ਵਾਰ-ਵਾਰ ਉਹ ਵਿੱਚੋਂ ਰਸ ਲੈ ਰਹੇ ਨੇ, ਆਨੰਦ ਲੈ ਰਹੇ ਨੇ। ਇਸ ਲਈ ਹਜ਼ੂਰ ਕਹਿੰਦੇ ਗੁਣ ਗਨ ਉਦਾਰ। ਗੁਣ ਗਨ, ਗਨ ਕਹਿੰਦੇ ਅਨੇਕ। ਤੇਰੇ ਗੁਣਾਂ ਵਿੱਚ ਅਨੇਕਤਾ ਹੈ, ਬੜੇ ਗੁਣ ਨੇ, ਵੱਧ ਤੋਂ ਵੱਧ ਨੇ, ਪਰੇ ਤੋਂ ਪਰੇ ਨੇ, ਔਰ ਤੂੰ ਉਦਾਰ ਚਿੱਤ ਵਾਲਾ ਹੈ। ਇਹ ਉਦਾਰ ਸ਼ਬਦ 3 ਦਿਨ ਤੋਂ ਆ ਰਿਹਾ ਹੈ, 3 ਦਿਨਾਂ ਦੀ ਵਿਚਾਰ ਵਿੱਚ। ਉਦਾਰ ਦਾ ਮਤਲਬ ਸਿੱਧੇ ਮਨ ਵਾਲਾ। ਫਿਰ ਕਹਿੰਦੇ ਮਹਿਮਾ ਅਪਾਰ। ਮਹਿਮਾ ਬੜੀ ਵੱਡੀ ਹੈ। ਇੱਕ ਹੁੰਦੀ ਵਡਿਆਈ। ਵਡਿਆਈ ਜਿਹੜੀ ਹੈ ਉਹ ਮਾਇਆ ਨਾਲ ਸੰਬੰਧਿਤ ਲਫ਼ਜ਼ ਹੈ, ਸੁੱਕਾ ਜਿਹਾ। ਵਡਿਆਈ ਤੇ ਮਾਇਆਧਾਰੀ ਦੀ ਵੀ ਹੈ। ਵਡਿਆਈ ਤਾਂ ਜਿਹਦੇ ਕੋਲ ਧਨ ਜ਼ਿਆਦਾ ਉਹਦੀ ਵੀ ਹੈ, ਪਰ ਮਹਿਮਾ ਸ਼ਬਦ ਜਿਹੜਾ ਹੈ ਧਾਰਮਿਕ ਵਿਅਕਤੀ ਦੀ ਪੂੰਜੀ ਨਾਲ ਸੰਬੰਧਿਤ ਮਿੱਠਾ ਸ਼ਬਦ ਹੈ। ਮਹਿਮਾ ਅਰਥ ਉਹ ਹੀ ਨਿਕਲਦੇ। ਅਕਾਲ ਪੁਰਖ ਦੀ ਮਹਿਮਾ ਬੜੀ ਮਿੱਠੀ ਹੈ, ਅਪਾਰ ਹੈ, ਉਹਦਾ ਕੋਈ ਅੰਤ ਨਹੀਂ। ਫਿਰ ਕਹਿੰਦੇ ਆਸਨ ਅਭੰਗ। ਆਸਨ ਕਹਿੰਦੇ ਬਹਿਣ ਦੀ ਥਾਂ। ਤੇਰਾ ਆਸਨ ਅਭੰਗ ਹੈ, ਪ੍ਰਭ ਕੈ ਸਿਮਰਨ ਨਿਹਚਲ ਆਸਨ। ਸੱਚ ਹੈ, ਜਿਹੜੇ ਉਹਦੇ ਨਾਲ ਜੁੜੇ ਉਹਨਾਂ ਦਾ ਅੰਦਰਲਾ ਵੀ ਆਸਨ ਸਥਿਰ ਹੋ ਗਿਆ, ਮਨ ਵੀ ਟਿਕ ਗਿਆ। ਉਹਨਾਂ ਦਾ ਸਰੀਰ ਦਾ ਜਿਹੜਾ ਆਸਨ ਹੈ ਉਹ ਵੀ ਸਥਿਰ ਹੋ ਗਿਆ, ਟਿਕ ਗਿਆ ਇੱਕ ਥਾਂ ਤੇ। ਗੁਰਮੁਖ ਚਿੱਤ ਅਡੋਲ ਅਹਿਲ ਨਾ ਹਿੱਲਿਆ। ਉਹਦਾ ਆਸਨ ਅਭੰਗ ਹੈ, ਭਾਵ ਉਹਦੇ ਆਸਨ ਨੂੰ ਕੋਈ ਤੋੜ ਨਹੀਂ ਸਕਦਾ। ਜੇ ਉਹਦਾ ਆਸਨ ਤਤੀ ਤਵੀ ਤੇ ਵੀ ਚਲਾ ਜਾਏ, ਉੱਥੇ ਵੀ ਉਸ ਤਰ੍ਹਾਂ ਬਣਿਆ ਰਹਿੰਦਾ ਹੈ। ਇੰਨਾ ਅਭੰਗ ਆਸਨ ਹੈ। ਇਸ ਲਈ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਆਸਨ ਅਭੰਗ ਉਪਮਾ ਅਨੰਗ। ਉਹਦੀ ਉਪਮਾ ਅੰਗਾਂ ਤੋਂ ਰਹਿਤ, ਭਾਵ ਸਰੀਰਾਂ ਤੋਂ ਉੱਚੀ ਹੈ। ਫਿਰ ਇੱਕ ਬੜਾ ਪਿਆਰਾ ਸ਼ਬਦ ਕਿਹਾ, ਕਹਿੰਦੇ ਅਨੁਭਵ ਪ੍ਰਕਾਸ਼। ਅਨੁਭਵ ਦਾ ਅਰਥ ਹੈ ਤਜਰਬਾ। ਜਿਹੜਾ ਮਨੁੱਖ ਉਹਦੇ ਨਾਲ ਜੁੜਦਾ ਹੈ ਉਹਦੇ ਵਿੱਚ ਪ੍ਰਕਾਸ਼ ਹੋ ਜਾਂਦਾ, ਤਜਰਬੇ ਦਾ ਅਨੁਭਵ ਵੱਧ ਜਾਂਦਾ, ਉਹਦੇ ਵਿੱਚ ਗਿਆਨ ਦੀ ਵਰਖਾ ਵੱਧ ਜਾਂਦੀ ਹੈ। ਉਹਦੇ ਤਜਰਬੇ ਬੜੇ ਤੇਜ਼ ਹੋ ਜਾਂਦੇ ਨੇ। ਹਰ ਇੱਕ ਪੱਖ ਵਿੱਚ ਉਹ ਤਜਰਬੇਕਾਰ ਹੋ ਜਾਂਦਾ, ਉਹਦੀ ਸਮਝ ਵਿੱਚ ਬਹੁਤ ਵਾਧਾ ਹੋ ਜਾਂਦਾ ਹੈ। ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ। ਔਰ ਉਹ ਪ੍ਰਕਾਸ਼ ਜਿਹੜਾ ਨਿਸ ਦਿਨ, ਦਿਨ ਰਾਤ ਉਹਦਾ ਨਾਸ ਨਹੀਂ ਹੁੰਦਾ, ਸਦਾ ਹੀ ਕਾਇਮ ਰਹਿੰਦਾ ਹੈ। ਆਜਾਨ ਬਾਹੂ। ਬਾਹੂ ਦਾ ਅਰਥ ਹੈ ਬਾਜੂ। ਅਜਾਨ ਦਾ ਮਤਲਬ ਵੱਡਾ, ਜਿਹਨੂੰ ਜਾਣਿਆ ਨਾ ਜਾ ਸਕੇ। ਉਸ ਦੀਆਂ ਬਾਹਾਂ ਬਹੁਤ ਵੱਡੀਆਂ ਨੇ, ਉਹਦੇ ਹੱਥ ਬੜੇ ਲੰਬੇ ਨੇ। ਕੋਈ ਆਦਮੀ ਜਿੱਥੋਂ ਤੱਕ ਮਰਜ਼ੀ ਚਲਾ ਜਾਏ, ਉਹਦੀਆਂ ਬਾਹਾਂ, ਉਹਦੇ ਹੱਥ ਉੱਥੇ ਵੀ ਪਹੁੰਚ ਜਾਂਦੇ ਨੇ। ਕੋਈ ਕਿਤੇ ਨਹੀਂ ਜਾ ਸਕਦਾ, ਤਿਸ ਤੇ ਦੂਰ ਕਹਾਂ ਕੋ ਜਾਏ। ਇਸ ਲਈ ਉਹ ਆਜਾਨ ਬਾਹੋ, ਸ਼ਾਹਾਨ ਸ਼ਾਹੋ। ਸ਼ਾਹਾਂ ਦਾ ਸ਼ਾਹ ਹੈ, ਅਮੀਰਾਂ ਦਾ ਅਮੀਰ ਹੈ। ਰਾਜਾਨ ਰਾਜ, ਰਾਜਿਆਂ ਦਾ ਰਾਜਾ ਹੈ। ਭਾਨਾਨ ਭਾਨ, ਔਰ ਸੂਰਜਾਂ ਦਾ ਉਹ ਸੂਰਜ ਹੈ, ਇੰਨਾ ਮਹਾਨ ਹੈ। ਦੇਵਾਨ ਦੇਵ, ਦੇਵਤਿਆਂ ਦਾ ਦੇਵਤਾ ਗਿਣਿਆ ਜਾਂਦਾ ਹੈ। ਬੜਾ ਉਹਦੇ ਵਿੱਚ ਪ੍ਰਕਾਸ਼ ਹੈ, ਚਾਨਣ ਹੈ। ਉਪਮਾ ਮਹਾਨ, ਉਹਦੀ ਮਹਿਮਾ ਬੜੀ ਮਹਾਨ ਹੈ। ਸਤਿਗੁਰੂ ਕਹਿੰਦੇ ਇੰਦਰਾਨ ਇੰਦਰ। ਇੰਦਰ ਕਹਿੰਦੇ ਨੇ ਜਿਹਦੇ ਕੋਲ ਸਾਰੀਆਂ ਇੰਦਰੀਆਂ ਦਾ ਰਸ ਹੋਵੇ।
ਉਹ ਵੱਡੇ ਵੱਡੇ ਇੰਦਰਾਂ ਦਾ ਇੰਦਰ ਹੈ, ਭਾਵ ਉਹਦੇ ਕੋਲ ਸਾਰੀ ਸੰਪਤੀ, ਸਾਰੇ ਸੁੱਖ ਹਨ। ਫਿਰ ਇੱਕ ਬੜਾ ਪਿਆਰਾ ਉਹਦੇ ਵਿੱਚ ਗੁਣ ਹੈ, ਉਹਨੂੰ ਕਹਿੰਦੇ ਬਾਲਾਨ ਬਾਲ। ਉਹਦੇ ਵਿੱਚ ਬੱਚਿਆਂ ਵਰਗੀ ਬੁੱਧੀ ਹੈ, ਬੜਾ ਪਿਆਰਾ ਗੁਣ ਹੈ। ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ, ਇਹ ਗੁਣ ਕੁਝ ਵਿਆਖਿਆ ਮੰਗਦਾ। ਬੱਚਿਆਂ ਵਰਗਾ ਸੁਭਾਅ ਹੈ ਉਹਦਾ। ਇਹ ਕੱਲ੍ਹ ਆਪਾਂ ਵਿਚਾਰ ਕਰਾਂਗੇ। ਅੱਜ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ।